ਸੂਬਾ ਮਰਿਓ ਜਾਨ ਸਭ ਲੀਨੋ। ਸਾਰਿਆਂ ਨੇ ਜਾਣ ਲਿਆ ਕਿ ਸੂਬੇਦਾਰ ਜਿਹੜਾ ਹੈ ਉਹ ਮਰ ਗਿਆ ਹੈ। ਕਿਤੇ ਵੀ ਪਤਾ ਨਹੀਂ ਲੱਗ ਰਿਹਾ ਨਾ ਅਬਦੁਲ ਖਾਨ ਦਾ। ਹਨੇਰਾ ਪੈ ਗਿਆ, ਦਿਖਾਈ ਕੁਝ ਨਹੀਂ ਦਿੰਦਾ ਤੇ ਅਬਦੁਲ ਖਾਨ ਫੌਜਾਂ ਨੂੰ ਕਿਤੇ ਦਿਸ ਨਹੀਂ ਰਿਹਾ। ਜਾਣ ਲਿਆ ਸਾਰਿਆਂ ਨੇ ਕਿ ਅਬਦੁਲ ਖਾਨ ਮਾਰਿਆ ਗਿਆ ਏ। ਜੀਅਤ ਸ਼ੇਖ ਭਾਗੇ ਡਰ ਚੀਨੋ। ਤੇ ਜਿੰਨੇ ਕਿ ਜਿਉਂਦੇ ਸੀ ਉਹ ਸਾਧ ਸੰਗਤ ਜੀ ਡਰ ਗਏ ਤੇ ਡਰ ਕੇ ਭੱਜਣ ਲੱਗ ਪਏ। ਤੁਰਕ ਜਿਹੜੇ ਸਿਪਾਹੀ ਸੀ ਮੈਦਾਨੇ ਜੰਗ ਵਿੱਚੋਂ ਸਨਾ ਸਨਾ ਕਾਇਰ ਜਦ ਭਾਗੇ। ਜਦੋਂ ਹੌਲੀ ਹੌਲੀ ਕਾਇਰ ਹੁੰਦੇ ਇਹ ਤੁਰਕ ਮੈਦਾਨੇ ਜੰਗ ਵਿੱਚੋਂ ਭੱਜਣ ਲੱਗ ਪਏ। ਵਿਦਿਆ ਦੇਖਤ ਨਹਿਰ ਪਿਆਗੇ। ਤੇ ਬਿਧੀ ਚੰਦ ਜੀ ਨੇ ਫਿਰ ਵੇਖਿਆ ਕਿ ਦੁਸ਼ਮਣ ਨਹੀਂ ਅੱਗੇ, ਕਿਉਂਕਿ ਭੱਜਣ ਹੀ ਲੱਗ ਪਏ ਜਦੋਂ ਮੈਦਾਨੇ ਜੰਗ ਨੂੰ ਛੱਡ ਕੇ। ਇੱਕ ਵਾਹਿਦ ਕੌਮ ਹੈ ਖਾਲਸਾ, ਜੋ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਜਿਆ। ਸੰਸਾਰ ਦੇ ਅੰਦਰ ਜਿੰਨੀਆਂ ਵੀ ਲੜਾਈਆਂ ਹੋਈਆਂ, ਜਰਨੈਲ ਤੋਂ ਬਿਨਾਂ ਫੌਜ ਲੜ ਨਹੀਂ ਸਕੀ, ਪਰ ਧੰਨ ਹੈ ਖਾਲਸਾ ਫੌਜ ਜਿਹੜੀ ਜਰਨੈਲਾਂ ਤੋਂ ਬਿਨਾਂ ਵੀ ਲੜੀ ਹੈ ਤੇ ਯੁੱਧ ਵੀ ਇਹਨਾਂ ਜਿੱਤੇ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਇਹੋ ਜਿਹਾ ਬਲ ਬਖਸ਼ਿਆ। ਸਰਦਾਰ ਸ਼ਾਮ ਸਿੰਘ ਜੀ ਅਟਾਰੀ ਸਭਰਾਵਾਂ ਦੀ ਲੜਾਈ ਇਹ ਪਰਸੋਂ ਹੀ ਸਾਧ ਸੰਗਤ ਜੀ ਦਿਨ ਲੰਘਿਆ ਜਦੋਂ ਬੁੱਢੇ ਜਰਨੈਲ ਨੇ 70 ਸਾਲ ਦੀ ਆਯੂ ਵਿੱਚ ਸ਼ਹੀਦੀ ਪਾਈ ਸੀ। ਉਸ ਸਮੇਂ ਇਹ ਯੁੱਧ ਜਿੱਤ ਲਿਆ ਸੀਗਾ, ਪਰ ਗਦਾਰਾਂ ਨੇ ਅੰਗਰੇਜ਼ ਨੂੰ ਕਿਹਾ ਕਿ ਤੁਸੀਂ ਕਿੱਧਰ ਭੱਜੇ ਜਾਂਦੇ ਹੋ, ਹੁਣ ਤਾਂ ਤੁਹਾਡੀ ਜਿੱਤ ਹੋਈ ਪਈ ਹੈ। ਉੱਥੇ ਬਰੂਦ ਨਹੀਂ ਰਿਹਾ, ਬਰੂਦ ਦੀ ਥਾਂ ਤੇ ਸਰੋਂ ਦੀਆਂ ਬੋਰੀਆਂ ਆਈਆਂ ਪਈਆਂ। ਫਿਰ ਜਿੱਤਿਆ ਹੋਇਆ ਜਿਹੜਾ ਯੁੱਧ ਸੀ ਸਾਧ ਸੰਗਤ ਜੀ ਉਹ ਹਾਰ ਗਏ। ਇਉਂ ਪੰਥ ਦਾ ਪੁਰਸ਼ਾਰਥ ਹੋ ਜਿਆ। ਜਰਨੈਲ ਦੇ ਸ਼ਹੀਦ ਹੋ ਜਾਣ ਤੋਂ ਵੀ ਇਹ ਜੂਝਦੇ ਆ, ਲੜਦੇ ਆ ਕਿ ਤੁਰਕਾਂ ਦੀ ਫੌਜ ਦੇ ਹੌਸਲੇ ਪਸਤ ਪੈ ਗਏ। ਜਦੋਂ ਅਬਦੁਲ ਖਾਨ ਦੇ ਮਰਨ ਦਾ ਪਤਾ ਲੱਗਾ, ਕਾਇਰ ਹੋਏ ਤੇ ਸਿਪਾਹੀ ਮੈਦਾਨੇ ਜੰਗ ਵਿੱਚੋਂ ਭੱਜ ਉੱਠੇ ਆ। ਬਿਧੀ ਚੰਦ ਜੀ ਨੇ ਵੇਖਿਆ ਸਾਹਮਣੇ ਅੜਨ ਤੇ ਲੜਨ ਵਾਲਾ ਕੋਈ ਰਹਿ ਨਹੀਂ ਗਿਆ। ਗੁਰ ਸਿੱਧ ਹਿਤ ਪਾਛੇ ਕਹੁ ਮੁਰਿਓ। ਗੁਰ ਸੁਧ ਹਿਤ ਮਹਾਰਾਜ ਦੀ ਸੁਧ ਖਬਰ ਵਾਸਤੇ ਬਿਧੀ ਚੰਦ ਜੀ ਬੜੀ ਛੇਤੀ ਨਾਲ ਪਿੱਛੇ ਮੁੜੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਿੱਥੇ ਹੋਣਗੇ। ਸਤਿਗੁਰੂ ਜੀ ਦੀ ਖਬਰ ਲੈਣ ਵਾਸਤੇ ਪਿੱਛੇ ਨੂੰ ਮੁੜੇ ਆ। ਸਨਾ ਸਨਾ ਆਵਤ ਹੈ ਤੁਰਿਓ। ਹੌਲੀ ਹੌਲੀ ਬਿਧੀ ਚੰਦ ਜੀ ਤੁਰੇ ਆ ਰਹੇ ਆਪਣੇ ਘੋੜੇ ਤੇ ਅਸਵਾਰ। ਇਤ ਸਤਿਗੁਰ ਸ਼ਾਮ ਕੋ ਕਛ ਠਾਨ। ਇਧਰ ਸਤਿਗੁਰੂ ਜੀ ਕੁਝ ਕੁ ਸਰੀਰ ਦਾ ਥਕੇਵਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਜਾਣ ਕਰਕੇ ਬੈਠ ਗਏ ਤਿਸ ਹੀ ਰਣ ਥਾਨ। ਤਿਸੇ ਹੀ ਮੈਦਾਨੇ ਜੰਗ ਦੇ ਥਾਂ ਵਿੱਚ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਬੈਠ ਗਏ ਆ। ਤੀਨੋਂ ਮਰੇ ਨਿਕਟ ਹੀ ਪਰੇ। ਇਹ ਤਿੰਨੇ ਹੀ ਮਰੇ ਹੋਏ ਨੇੜੇ ਪਏ ਆ ਮਹਾਰਾਜ ਜੀ ਦੇ। ਕਰਮਚੰਦ ਵੀ ਛਾਤੀ 'ਚ ਗੋਲੀ ਵੱਜੀ ਪਈ ਹੈ, ਕਿੱਡਾ ਵੱਡਾ ਛਾਤੀ 'ਚ ਪਾੜ ਹੋਇਆ ਪਿਆ। ਕਰਮਚੰਦ ਦੇ ਸਾਰੇ ਸੰਧ ਛੁੱਟੇ ਪਏ। ਅਬਦੁਲ ਖਾਨ ਦਾ ਸਿਰ ਪਰੇ ਪਿਆ, ਧੜ ਲੁੜਕਿਆ ਪਿਆ ਹੈ। ਇਹ ਤਿੰਨੇ ਹੀ ਮਰੇ ਪਏ ਆ ਜਿੱਥੇ ਗੁਰੂ ਮਹਾਰਾਜ ਜੀ ਬੈਠੇ ਨੇ। ਤਿਨ ਕੇ ਬੀਚ ਸਤਿਗੁਰੂ ਥਿਰੇ। ਇਹਨਾਂ ਦੇ ਵਿਚਕਾਰ ਆਲੇ ਦੁਆਲੇ ਇਹਨਾਂ ਦੀਆਂ ਲੋਥਾਂ ਪਈਆਂ। ਇਹਨਾਂ ਦੇ ਵਿਚਕਾਰ ਸੱਚੇ ਪਾਤਸ਼ਾਹ ਜੀ ਮਹਾਰਾਜ ਬਹਿ ਗਏ ਰਣ ਤੱਤੇ ਵਿੱਚ। ਅਵਨ ਗਗਨ ਮਹਿ ਤਮ ਵਿਸਤਾਰਾ। ਸਾਧ ਸੰਗਤ ਜੀ ਅਵਨ ਧਰਤੀ ਤੇ ਆਕਾਸ਼ ਵਿੱਚ ਜਿਹੜਾ ਸੀ ਨਾ ਤਮ ਹਨੇਰਾ ਉਹ ਪਸਰ ਗਿਆ ਏ। ਨਹੀਂ ਨਿਕਟ ਹੀ ਪਰੈ ਨਿਹਾਰਾ। ਨੇੜੇ ਵੀ ਦਿਖਾਈ ਨਹੀਂ ਪੈਂਦਾ। ਗਰਮੀਆਂ ਦੀ ਰੁੱਤ ਵਿੱਚ ਕਈ ਵਾਰੀ ਜਦੋਂ ਸਾਧ ਸੰਗਤ ਜੀ ਮੱਸਿਆ ਦੀ ਰਾਤ ਹੁੰਦੀ ਹੈ ਨਾ, ਜਦੋਂ ਹਨੇਰ ਪੱਖ ਚੱਲ ਰਿਹਾ ਹੁੰਦਾ ਉਦੋਂ ਚੰਦਰਮਾ ਜਿਹੜਾ ਨਾ ਬਹੁਤ ਕਈ ਵਾਰੀ ਥੋੜਾ ਹੁੰਦਾ ਤੇ ਕਈ ਵਾਰੀ ਹੁੰਦਾ ਹੀ ਨਹੀਂ। ਜਦੋਂ ਹਨੇਰ ਪੱਖ ਹੁੰਦਾ ਚਾਨਣ ਪੱਖ ਵਿੱਚ ਥੋੜਾ ਥੋੜਾ ਚੰਦਰਮਾ ਦਿਸਣ ਲੱਗ ਪੈਂਦਾ, ਫਿਰ ਪੂਰਨਮਾਸ਼ੀ ਨੂੰ ਪੂਰਾ ਹੁੰਦਾ ਤੇ ਦਿਖਾਈ ਨਹੀਂ ਪੈਂਦਾ। ਇੰਨਾ ਹੋਰ ਹਨੇਰਾ ਹੋ ਗਿਆ, ਇੰਨਾ ਜ਼ਿਆਦਾ ਜਿਹੜਾ ਹਨੇਰਾ ਗਾੜਾ ਪਸਰ ਗਿਆ ਏ। ਚੱਲਣ ਤੁਫੰਗ ਸਕਲ ਹਟ ਰਹੀ। ਫਿਰ ਸਾਰੀਆਂ ਬੰਦੂਕਾਂ ਵੀ ਚੱਲਣੋਂ ਹਟ ਗਈਆਂ। ਗੋਲੀ ਦੀ ਆਵਾਜ਼ ਆ ਰਹੀ ਸੀ ਤੜ ਤੜ ਕਰਕੇ, ਜਿਵੇਂ ਦਾਣੇ ਨਹੀਂ ਭੁੱਜਦੇ ਇਵੇਂ ਗੋਲੀਆਂ ਛੁੱਟਦੀਆਂ ਸੀ, ਪਰ ਸਾਰੀਆਂ ਗੋਲੀਆਂ ਦੀ ਆਵਾਜ਼ ਹੁਣ ਬੰਦ ਹੋ ਗਈ ਹੈ। ਤੁਰਕ ਤਰਾਸ ਕਰ ਬੋਲਤ ਨਹੀਂ। ਤੁਰਕ ਜਿਹੜੇ ਆ ਨਾ ਡਰ ਕੇ ਹੁਣ ਬੋਲਦੇ ਹੀ ਨਹੀਂ ਉੱਚੀ।
ਕਿ ਕਿਤੇ ਸਿੱਖਾਂ ਨੂੰ ਪਤਾ ਨਾ ਲੱਗ ਜੇ। ਉੱਚੀ ਸਾਹ ਨਹੀਂ ਲੈਂਦੇ, ਉੱਚੀ ਆਵਾਜ਼ ਨਹੀਂ ਕੱਢਦੇ ਹਨ। ਹਟੇ ਸਕਲ ਨਿਜ ਨਿਜ ਪਸਚਾਤ, ਤੇ ਹੌਲੀ ਹੌਲੀ ਇਹ ਸਾਰੇ ਤੁਰਕ ਪਿੱਛੇ ਨੂੰ ਦੱਬੀ ਪੈਰੀ ਹਟਣ ਲੱਗ ਪਏ। ਰੌਰਾ ਮਚਤ ਭਇਓ ਸਭ ਸ਼ਾਂਤ, ਐਡਾ ਰੌਲਾ ਮਚ ਰਿਹਾ ਸੀ ਉਸ ਮੈਦਾਨੇ ਜੰਗ ਦੇ ਅੰਦਰ, ਸਭ ਸ਼ਾਂਤ ਵਰਤ ਗਈ। ਚਾਰ ਚੁਫੇਰੇ ਕੋਈ ਆਵਾਜ਼ ਨਹੀਂ ਹੁਣ ਸੁਣਾਈ ਕੰਨਾਂ ਵਿੱਚ ਪੈਂਦੀ। ਜਾਣਿਓ ਪਰੈ ਨਹੀਂ ਕਿਸ ਕੋਏ, ਤੇ ਜਾਣਿਆ ਸਾਰਿਆਂ ਨੇ ਕਿ ਇੱਥੇ ਹੁਣ ਕੋਈ ਵੀ ਹੋਰ ਨਹੀਂ ਰਹਿ ਗਿਆ। ਸਿੱਖਾਂ ਨੂੰ ਵੀ ਪਤਾ ਲੱਗ ਗਿਆ ਹਨੇਰੇ ਵਿੱਚ ਕਿ ਲੱਗਦਾ ਹੁਣ ਕੋਈ ਤੁਰਕ ਅੱਗੇ ਅੜਨ ਵਾਲਾ ਹੈ ਨਹੀਂਗਾ। ਦੂਰ ਦੂਰ ਲੋ ਹਟ ਥਿਰ ਹੋਏ, ਦੂਰ ਦੂਰ ਤੱਕ ਹਟ ਕਰਕੇ ਤੇ ਸਾਰੇ ਫਿਰ ਸਾਧ ਸੰਗਤ ਜੀ ਇਉਂ ਟਿਕਣ ਲੱਗੇ। ਦੋਹਰਾ ਵਿਧੀ ਚੰਦ ਤੇ ਪਰੇ ਸਿੱਖ, ਫਤਿਹ ਗੁਰੂ ਕੀ ਜਾਨ। ਬਾਬਾ ਬਿਧੀ ਚੰਦ ਜੀ ਤੇ ਹੋਰ ਸਾਰੇ ਸਿੱਖ ਇਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਫਤਿਹ ਜਾਣ ਲਈ ਕਿ ਮਹਾਰਾਜ ਦੇ ਘਰ ਦੀ ਜਿੱਤ ਹੋਈ ਹੈ। ਸਿਮਰ ਵਿਖੇ ਕਰਮ ਫੇਲ ਮੇਲ, ਮੇਲ ਦਿਓ ਘਮਸਾਨ। ਇਹਨਾਂ ਨੇ ਫਿਰ ਜਦੋਂ ਹਨੇਰਾ ਪਸਰ ਰਿਹਾ ਸੀ ਨਾ, ਕਿਉਂਕਿ ਅਗਲਾ ਪ੍ਰਸੰਗ ਸ਼ੁਰੂ ਹੋ ਗਿਆ, ਤੇ ਫਿਰ ਥੋੜਾ ਜਿਹਾ ਯੁੱਧ ਦਾ ਜ਼ਿਕਰ ਕਰਕੇ ਕਥਾ ਨੂੰ ਉਸੇ ਤਰ੍ਹਾਂ ਰਵਾਨਗੀ ਦੇਣਗੇ। ਕਵਿਰਾਜ ਕਹਿੰਦੇ ਹੈ ਕਿ ਬਹੁਤ ਭਾਰੀ ਹਨੇਰੇ ਵਿੱਚ ਵੀ ਸਿੱਖਾਂ ਨੇ ਪੁਰਸ਼ਾਰਥ ਕੀਤਾ। ਹੱਲਾ ਕਰਕੇ ਇੱਕ ਵਾਰੀ ਤੁਰਕਾਂ ਦੇ ਪੈਰ ਪਛਾੜ ਦਿੱਤੇ ਸੀਗੇ। ਚੌਪਈ ਇੱਕ ਦਿਸ਼ ਤੇ ਜਿਉ ਵੱਢਣ ਲਾਗੇ, ਇੱਕ ਦਿਸ਼ਾ ਤੋਂ ਸਿੱਖ ਇਉਂ ਇੱਕ ਸਾਰ ਹੀ ਤੁਰਕ ਸੈਨਾ ਨੂੰ ਵੱਢਣ ਲੱਗ ਗਏ। ਤਮ ਮਹਿ ਤੁਰਕ ਤਰਾਸ ਕਰ ਭਾਗੇ, ਹਨੇਰੇ ਵਿੱਚ ਫਿਰ ਤੁਰਕ ਡਰ ਧਾਰ ਕੇ ਭੱਜਣ ਲੱਗ ਪਏ। ਜਿਨ ਕੇ ਰਣ ਮਹਿ ਤੁਰੰਗ ਮਰੇ ਹੈ, ਜਿਨ੍ਹਾਂ ਦੇ ਮੈਦਾਨੇ ਜੰਗ ਵਿੱਚ ਘੋੜੇ ਮਰ ਗਏ ਆ, ਇਤ ਉਤ ਵਿਥਰੇ ਜਾਏ ਦੁਰੇ ਹੈ। ਉਹ ਇੱਧਰ ਉੱਧਰ ਖਿਲਰ ਗਏ, ਰੁੱਖਾਂ ਦੇ ਪਿੱਛੇ ਲੁਕਣ ਲੱਗ ਪਏ। ਸਿੱਖ ਹਰਲ ਹਰਲ ਫਿਰਦੇ ਆ ਘੋੜਿਆਂ ਤੇ ਚੜੇ ਹੋਏ, ਤੇ ਇਹ ਜਿਨ੍ਹਾਂ ਪਠਾਣਾਂ ਦੇ ਤੁਰਕਾਂ ਦੇ ਘੋੜੇ ਮਰ ਗਏ ਆ, ਇਹ ਇੱਧਰ ਉੱਧਰ ਖਿਲਰ ਗਏ ਆ ਤੇ ਰੁੱਖਾਂ ਦੀਆਂ ਆਡਾਂ ਲੈ ਲੈ ਕੇ ਲੁਕ ਗਏ ਆ। ਅਰਥ ਜਾਤ ਕੋ ਭਾਗਤ ਜਾਤ, ਕੋਈ ਤਾਂ ਸਾਧ ਸੰਗਤ ਜੀ ਭੱਜਦਾ ਜਾਂਦਾ ਅੜ ਅੜ ਕੇ ਡਿੱਗ ਰਿਹਾ ਹੈ, ਤੇ ਕੋਈ ਸਰਪਾਟੀ ਤੁਰਕ ਭੱਜੀ ਜਾਂਦਾ ਏ। ਪਿੱਛੇ ਸਿੱਖ ਖੜਗ ਕਰ ਘਾਤ, ਤੇ ਸਿੱਖ ਜਿਹੜੇ ਆ ਨਾ, ਉਹ ਜਿਹੜਾ ਕੋਈ ਅੜਦਾ ਉਹਨੂੰ ਖੜਗ ਨਾਲ ਤਲਵਾਰ ਨਾਲ ਸ੍ਰੀ ਸਾਹਿਬ ਨਾਲ ਕੱਟ ਦਿੰਦੇ ਆ, ਘਾਤ ਕਰ ਦਿੰਦੇ, ਨਾਸ਼ ਕਰ ਦਿੰਦੇ ਆ। ਜਾਤ ਪਿਛਾਰੀ ਕਾਟਤ ਜਗੈ, ਜਦੋਂ ਪਿੱਛੇ ਤੁਰਕਾਂ ਦੀ ਸੈਨਾ ਨੂੰ ਕੱਟਦੇ ਹੋਏ ਸਿੱਖ ਜਾ ਰਹੇ ਆ, ਗੁਰੂ ਦੁਹਾਈ ਬੋਲੇ ਤਬੈ, ਤੇ ਗੁਰੂ ਸਾਹਿਬ ਜੀ ਦੀ ਦੁਹਾਈ ਦਿੰਦੇ ਆ, ਜਿੱਤ ਕਹਿੰਦੇ ਆ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਰਾਜ ਹੈ। ਇਹ ਸੱਚੇ ਪਾਤਸ਼ਾਹ ਜੀ ਨਾਮ ਦੀ ਦੁਹਾਈ ਫੇਰ ਰਹੇ ਆ ਸਿੱਖ। ਸੁਨਤ ਸਿੱਖ ਪਿੱਛੇ ਹਟ ਆਏ, ਤੇ ਇਉਂ ਸਿੱਖ ਜਿਹੜੇ ਸੀ ਨਾ, ਫਿਰ ਸੁਣ ਸੁਣ ਕੇ ਪਿੱਛੇ ਹਟ ਆਏ। ਇਹ ਤੁਰਕਾਂ ਨੂੰ ਜਦੋਂ ਮਾਰ ਪਈ ਤੇ ਇਹ ਵੀ ਗੁਰੂ ਸਾਹਿਬ ਦੇ ਨਾਂ ਦੀ ਦੁਹਾਈ ਦਿੰਦੇ ਆ, ਮਹਾਰਾਜ ਦਾ ਵਾਸਤਾ ਜੇ ਨਾ ਮਾਰਿਓ। ਸਿੱਖਾਂ ਨੂੰ ਅੱਗੋਂ ਕਹਿੰਦੇ ਆ ਕਿ ਮਹਾਰਾਜ ਦਾ ਵਾਸਤਾ ਜੇ ਨਾ ਮਾਰਿਓ। ਇਉਂ ਜਦੋਂ ਮਹਾਰਾਜ ਦਾ ਹੀ ਵਾਸਤਾ ਪਾਉਂਦੇ ਆ ਤੇ ਫਿਰ ਸਿੱਖ ਛੱਡ ਦਿੰਦੇ। ਵੇਖੋ ਇੰਨੀ ਦਇਆ ਸਿੱਖਾਂ ਵਿੱਚ ਕਿ ਮਹਾਰਾਜ ਦਾ ਨਾਂ ਲੈਂਦਾ, ਹੁਣ ਭਾਈ ਛੱਡੋ, ਨਾ ਮਾਰਿਓ। ਇਉਂ ਮਹਾਰਾਜ ਦੇ ਨਾਮ ਦੀ ਦੁਹਾਈ ਦਿੰਦੇ ਆ ਤੁਰਕ ਅੱਗੋਂ ਕਿ ਨਾ ਮਾਰਿਓ। ਸਿੱਖ ਛੱਡ ਕੇ ਫਿਰ ਪਿੱਛੇ ਨੂੰ ਮੁੜੇ ਆ। ਨਹਿ ਮਾਰਨ ਹਿਤ ਹੱਥ ਉਠਾਏ, ਫਿਰ ਮਾਰਨ ਵਾਸਤੇ ਹੱਥ ਨਹੀਂ ਉਠਾਏ ਸਿੱਖਾਂ ਨੇ ਕਿ ਹੁਣ ਤਾਂ ਭਾਈ ਮਹਾਰਾਜ ਦਾ ਨਾਂ ਦਾ ਵਾਸਤਾ ਪਾਉਂਦੇ ਆ। ਜਹ ਸਤਿਗੁਰ ਡੇਰੋ ਨਿਜ ਡਾਰਾ, ਜਿੱਥੇ ਸਤਿਗੁਰੂ ਜੀ ਨੇ ਆਪਣਾ ਡੇਰਾ ਪਾਇਆ ਏ, ਤਜੇ ਦਾਸ ਤਹ ਰਾਖ ਸੁਧਾਰਾ। ਉਥੇ ਸੇਵਕ ਪਿੱਛੇ ਡੇਰੇ ਦੀ ਸੰਭਾਲ ਵਾਸਤੇ ਵੀ ਛੱਡੇ ਨਾ ਉਹ ਸਾਰੇ। ਫਿਰ ਇਹ ਕਿਉਂਕਿ ਯੁੱਧ ਨੀਤੀ ਹੁੰਦੀ ਹੈ, ਪਿੱਛੋਂ ਬਰੂਦ ਪਹੁੰਚਾਉਣਾ, ਸ਼ਸਤਰ ਪਹੁੰਚਾਉਣੇ, ਮਹਾਰਾਜ ਦੇ ਤੀਰ ਹੋਰ ਲਿਆਉਣੇ ਪਿੱਛੋਂ। ਇਉਂ ਪਿੱਛੇ ਵੀ ਦਾਸ ਸੇਵਕ ਛੱਡੇ ਆ ਡੇਰੇ ਦੇ ਅੰਦਰ, ਜਿੱਥੇ ਮਹਾਰਾਜ ਜੀ ਦਾ ਪੜਾਅ ਪਾਇਆ ਹੈ ਸਾਰੀ ਸੇਵਾ ਸੰਭਾਲ ਵਾਸਤੇ। ਇਨਹੁ ਵਿਚਾਰ ਕੀਨ ਮਨ ਮਾਹੀ, ਉਹਨਾਂ ਨੇ ਮਨ ਦੇ ਅੰਦਰ ਫਿਰ ਵਿਚਾਰ ਕਰਨਾ ਕੀਤੀ ਹੈ ਸਿਮਰ ਭਇਓ ਗੁਰ ਆਗਮ ਨਾਹੀ, ਕਿ ਹਨੇਰਾ ਹੋ ਗਿਆ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਰਣ ਤੱਤੇ ਜੋ ਮੁੜੇ ਨਹੀਂ ਅਜੇ ਤੱਕ। ਕਿਉਂਕਿ ਡੇਰੇ ਵਿੱਚ ਜਿਨ੍ਹਾਂ ਨੂੰ ਜਿੱਥੇ ਸੇਵਾ ਲੱਗੀ ਹੈ, ਹੁਕਮ ਹੈ ਨਾ ਕਿ ਤੁਸੀਂ ਇੱਥੇ ਸੇਵਾ ਕਰੀ ਜਾਣੀ ਹੈ। ਆਪਣੀ ਮਰਜ਼ੀ ਨਾਲ ਕੋਈ ਸੈਨਾ ਵਿੱਚ ਕੋਈ ਕੁਝ ਨਹੀਂ ਕਰ ਸਕਦਾ। ਫੌਜ ਦੀ ਸਾਰੀ ਹੀ ਸਾਧ ਸੰਗਤ ਜੀ ਪ੍ਰਕਿਰਿਆ ਆਮ ਜ਼ਿੰਦਗੀ ਨਾਲੋਂ ਵੱਖਰੀ ਹੁੰਦੀ ਹੈ।
ਤੇ ਗੁਰੂ ਸਾਹਿਬ ਜੀ ਨੇ ਵੀ ਇਹੋ ਜਿਹੇ ਨਿਯਮ ਦਰੜਾਏ ਸੀ, ਜਿੱਥੇ ਜਿਹਨੂੰ ਸੇਵਾ ਦਿੱਤੀ ਹੈ ਜਰਨੈਲ ਦੇ ਹੁਕਮ ਤੋਂ ਬਿਨਾਂ ਉੱਥੋਂ ਹਟ ਨਹੀਂ ਸਕਦਾ ਹੈ, ਚਾਹੇ ਸਿਰ ਵੀ ਕਿਉਂ ਨਾ ਕੱਟਿਆ ਜਾਵੇ। ਇਸ ਕਰਕੇ ਸਿੱਖ ਚਿੰਤਾਤੁਰ ਹੋਣ ਲੱਗ ਪਏ ਕਿ ਹਨੇਰਾ ਪਸਰ ਗਿਆ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਪੜਾਅ ਨੂੰ ਪਿੱਛੇ ਕਿਉਂ ਨਹੀਂ ਮੁੜੇ ਅਜੇ ਤੱਕ। ਸੰਧਿਆ ਪਰੀ ਜਾਨ ਤਿਸ ਕਾਲਾ, ਤੇ ਸਮੇਂ ਸੰਧਿਆ ਤੋਂ ਬਾਅਦ ਜਦੋਂ ਹਨੇਰਾ ਪੈ ਗਿਆ ਤੇ ਸਮੇਂ ਦੁਐ ਮਸ਼ਾਲ ਚੀ ਜਾਰ ਮਸਾਲਾਂ, ਤੇ ਦੋ ਸਿੱਖ ਫਿਰਨਾ ਮਸ਼ਾਲਾਂ ਨੂੰ ਜਗਾ ਕਰਕੇ ਪੂਰਨ ਹੀਰਨ ਕੀ ਦਿਸ਼ ਆਏ। ਬੜੀ ਛੇਤੀ ਨਾਲ ਰਣ ਤੱਤੇ ਵੱਲ ਨੂੰ ਆ ਗਏ ਮਹਾਰਾਜ ਜੀ ਨੂੰ ਲੱਭਣ ਵਾਸਤੇ। ਭੋਜਨ ਲੱਗੇ ਨਹੀਂ ਗੁਰ ਪਾਏ, ਖੋਜਦੇ ਐ ਮਸ਼ਾਲਾਂ ਦੀ ਲੋ ਨਾਲ, ਪਰ ਸੱਚੇ ਪਾਤਸ਼ਾਹ ਜੀ ਲੱਭ ਨਹੀਂ ਰਹੇ। ਇਹ ਸਿੱਖ ਵੇਖ ਰਹੇ ਆ ਕਿ ਗੁਰੂ ਮਹਾਰਾਜ ਕਿੱਥੇ ਹੋਣਗੇ, ਕਿਉਂਕਿ ਯੁੱਧ ਵੈ ਸਾਧ ਸੰਗਤ ਜੀ। ਸਿੱਖਾਂ ਦਾ ਮਨ ਬੜਾ ਚਿੰਤਾਤੁਰ ਹੋ ਰਿਹਾ ਹੈ ਕਿ ਮਹਾਰਾਜ ਆਏ ਕਿਉਂ ਨਹੀਂ ਵਾਪਸ। ਤੇ ਬਹੁਤ ਮਸ਼ਾਲਾਂ ਜਗਾ ਜਗਾ ਕਰਕੇ ਸਿੱਖ ਰਣ ਤੱਤੇ ਵਿੱਚ ਹਜੂਰ ਨੂੰ ਲੱਭਣ ਲੱਗ ਪਏ। ਵਿਧੀ ਚੰਦ ਜੁਗ ਦੇਖ ਮਸਾਲ, ਵਿਧੀ ਚੰਦ ਜੀ ਨੇ ਨਾ ਕਿ ਹੁਣ ਹਨੇਰੇ ਵਿੱਚ ਮਸ਼ਾਲ ਤਾਂ ਦੂਰੋਂ ਦਿਸ ਪੈਂਦੀ ਹੈ ਜਗਦੀ। ਵਿਧੀ ਚੰਦ ਜੀ ਘੋੜੇ ਤੇ ਚੜੇ ਹੋਏ ਆ, ਇਹ ਦੋ ਮਸ਼ਾਲਾਂ ਜਗਦੀਆਂ ਵਿਧੀ ਚੰਦ ਜੀ ਨੇ ਵੇਖੀਆਂ ਤੇ ਬੜੀ ਛੇਤੀ ਨਾਲ ਆਪਣੇ ਘੋੜੇ ਦਾ ਰੁਖ ਉਸ ਪਾਸੇ ਨੂੰ ਕੀਤਾ। ਹੈ ਧਵਾਏ ਆਇਸ ਤਤਕਾਲ ਬੜੀ ਛੇਤੀ ਨਾਲ ਘੋੜੇ ਨੂੰ ਦੜਾਉਂਦੇ ਹੋਏ ਵਿਧੀ ਚੰਦ ਜੀ ਜਗਦੀਆਂ ਮਸ਼ਾਲਾਂ ਕੋਲ ਆ ਗਏ। ਗੁਰ ਸੁਧ ਪੂਜਤੇ ਆਪ ਸਮਾਹੀ, ਆਪਸ ਦੇ ਵਿੱਚ ਵਿਧੀ ਚੰਦ ਜੀ ਨੇ ਪੁੱਛਿਆ ਉਹਨਾਂ ਸਿੱਖਾਂ ਨੂੰ ਕਿ ਭਾਈ ਤੁਸੀਂ ਕਿੱਧਰ ਬਾਹਰ ਫਿਰ ਰਹੇ ਹੋ ਮਸ਼ਾਲਾਂ ਲੈ ਕੇ। ਤੇ ਉਹ ਕਹਿੰਦੇ ਆ ਕਿ ਮਹਾਰਾਜ ਨੂੰ ਲੱਭ ਰਹੇ ਆ। ਵਿਧੀ ਚੰਦ ਜੀ ਨੇ ਪੁੱਛਿਆ ਗੁਰੂ ਮਹਾਰਾਜ ਕਿੱਥੇ ਆ? ਸਿੱਖ ਕਹਿੰਦੇ ਸਾਨੂੰ ਪਤਾ ਨਹੀਂ। ਆਪਸ ਦੇ ਵਿੱਚ ਹਜੂਰ ਦੀ ਖਬਰ ਪੁੱਛਦੇ ਆ। ਸਕਲ ਕਹਿਤ ਦੇਖੇ ਹਮ ਨਾਹੀ, ਸਾਰੇ ਹੀ ਸਿੱਖ ਕਹਿੰਦੇ ਆ ਕਿ ਕਿਉਂਕਿ ਇਹ ਤਾਂ ਪੜਾਅ ਤੋਂ ਆਏ ਆ ਨਾ, ਇਹ ਕਹਿੰਦੇ ਸਾਰੇ ਸਿੱਖ ਕਹਿ ਰਹੇ ਆ ਵਿਧੀ ਚੰਦ ਜੀ ਕਿ ਅਸੀਂ ਮਹਾਰਾਜ ਜੀ ਨੂੰ ਨਹੀਂ ਵੇਖਿਆ। ਚਿੰਤਾ ਅਧਿਕ ਸਭਨ ਤੇ ਹੋਈ, ਸਾਰਿਆਂ ਦੇ ਮਨ ਵਿੱਚ ਬੜੀ ਚਿੰਤਾ ਹੋਈ ਕਿ ਕੀ ਹੋਇਆ ਹੋਵੇਗਾ, ਮਹਾਰਾਜ ਸੱਚੇ ਪਾਤਸ਼ਾਹ ਜੀ ਆਏ ਹੀ ਨਹੀਂ ਵਾਪਸ। ਤੇ ਇਉਂ ਸਾਰਿਆਂ ਦਾ ਮਨ ਬੜਾ ਚਿੰਤਾ ਦੇ ਸਹਿਤ ਹੋ ਗਿਆ। ਖਬਰੇ ਕਿਉਂਕਿ ਕਈ ਪ੍ਰਕਾਰ ਦੇ ਫੁਰਨੇ ਆਉਣ ਲੱਗ ਪਏ ਮਹਾਰਾਜ ਜੀ ਦੇ। ਕੋਈ ਸੱਟ ਵੱਜੀ, ਕੋਈ ਗੋਲੀ ਵੱਜੀ, ਕਿਵੇਂ ਹੋਇਆ, ਮਹਾਰਾਜ ਪਰਤੇ ਕਿਉਂ ਨਹੀਂ। ਇਸ ਤਰ੍ਹਾਂ ਮਨ ਦੇ ਅੰਦਰ ਬੜੇ ਫੁਰਨੇ ਉੱਠਣ ਲੱਗ ਪਏ। ਭੋਜਨ ਲੱਗੇ ਖੇਤ ਸਭ ਕੋਈ, ਹਰ ਕੋਈ ਸਿੱਖ ਫਿਰਨਾ ਮੈਦਾਨੇ ਜੰਗ ਦੇ ਅੰਦਰ ਹਜ਼ੂਰ ਨੂੰ ਖੋਜਣ ਲੱਗ ਪਏ। ਸਿੱਖ ਬੜੇ ਚਿੰਤਾ ਦੇ ਸਹਿਤ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਲੱਭਣ ਲੱਗ ਪਏ ਆ। ਸਿੱਖ ਚਿੰਤਾ ਦੇ ਸਹਿਤ ਨੇ, ਪਰ ਜਿਹੜੇ ਸਾਧ ਸੰਗਤ ਜੀ ਗਿਆਨਵਾਨ ਸਿੱਖ ਹੈ ਨਾ, ਜਿਨ੍ਹਾਂ ਨੂੰ ਮਹਾਰਾਜ ਨੇ ਬ੍ਰਹਮ ਗਿਆਨ ਬਿਰਤੀ ਅਰੂੜ ਕੀਤਾ ਹੋਇਆ, ਵਿਧੀ ਚੰਦ ਜੀ ਆਦਿਕ, ਉਹ ਜਾਣਦੇ ਆ ਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਕੋਈ ਗੋਲੀ ਨਹੀਂ ਵੱਜ ਸਕਦੀ ਜੇ ਮਹਾਰਾਜ ਨਾ ਚਾਹਣ ਤਾਂ। ਇਹ ਤਾਂ ਮਹਾਰਾਜ ਦੀ ਲੀਲਾ ਹੈ, ਪਰ ਫਿਰ ਵੀ ਸਤਿਗੁਰੂ ਜੀ ਨਾਲ ਪਿਆਰ ਇੰਨਾ ਹੈ ਕਿ ਮਹਾਰਾਜ ਨੂੰ ਬੜੀ ਬੇਬਲਤਾ ਨਾਲ ਸਿੱਖ ਲੱਭਣ ਲੱਗ ਪਏ ਆ। ਇੱਧਰ ਉੱਧਰ ਘੋੜ ਸਵਾਰ ਵੀ ਵਿਧੀ ਚੰਦ ਜੀ ਨੇ ਸਿੱਖਾਂ ਨੂੰ ਕਿਹਾ, ਘੋੜਿਆਂ ਤੇ ਸਵਾਰ ਹੋ ਕੇ ਇੱਧਰ ਉੱਧਰ ਸਿੱਖ ਜਿਹੜੇ ਸੀ ਰਣ ਤੱਤੇ ਵਿੱਚ ਵਿਚਰਨ ਲੱਗ ਪਏ, ਲੱਭਣ ਲੱਗ ਪਏ ਮਹਾਰਾਜ ਜੀ ਨੂੰ। ਇਉਂ ਸਿੱਖ ਉੱਚੀ ਪੁਕਾਰ ਕਰਨ ਲੱਗ ਪਏ ਕਿ ਮਹਾਰਾਜ ਆਪ ਕਿੱਥੇ ਹੋ? ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਕਿੱਥੇ ਹੋ? ਇਉਂ ਉੱਚੀ ਸਿੱਖ ਮਹਾਰਾਜ ਜੀ ਦਾ ਨਾਂ ਲੈ ਕੇ ਆਵਾਜ਼ ਕਰਨ ਲੱਗ ਪਏ। ਸਭ ਕੈ ਮਨ ਸੰਦੇਹ ਵਧੇਰਾ, ਸਾਰਿਆਂ ਦੇ ਮਨ ਦੇ ਅੰਦਰ ਬੜਾ ਫਿਰ ਸੰਦੇਹ ਹੋ ਆਇਆ ਜਦੋਂ ਅੱਗੋਂ ਆਵਾਜ਼ ਨਹੀਂ ਆ ਰਹੀ ਕੋਈ। ਬੜਾ ਸਭ ਦੇ ਮਨ ਦੇ ਅੰਦਰ ਸ਼ੰਕਾ ਹੋ ਆਇਆ। ਗੁਰੂ ਨਹੀਂ ਘੇਰੇ ਇਸ ਬੇਰਾ, ਕਿ ਇਸ ਵੇਲੇ ਮਹਾਰਾਜ ਕਿਉਂ ਨਹੀਂ ਲੱਭ ਰਹੇ? ਸਤਿਗੁਰੂ ਜੀ ਕਿੱਥੇ ਹੋਣਗੇ? ਇਉਂ ਸਾਰੇ ਸਿੱਖ ਬਹੁਤ ਜ਼ਿਆਦਾ ਸ਼ੰਕਾ ਕਰਨ ਲੱਗ ਪਏ। ਖੋਜਤ ਪਰੀ ਲੋਕ ਸਮੁਦਾਏ, ਜਦੋਂ ਖੋਜ ਰਹੇ ਐ, ਵੇਖ ਰਹੇ ਐ ਤੇ ਕੀ ਦਿਸ ਰਿਹਾ ਕਿ ਬਹੁਤ ਲੋਥਾਂ ਹੀ ਲੋਥਾਂ ਪਈਆਂ ਹੋਈਆਂ, ਢੇਰ ਹੀ ਢੇਰ ਲੱਗੇ ਪਏ ਆ ਲੋਥਾਂ ਦੇ। ਵਸਰਿਓ ਸ਼੍ਰੋਣਤ ਪਗ ਫਿਸਲਾਏ, ਇੰਨਾ ਲਹੂ ਜ਼ਿਆਦਾ ਖਿਲਰ ਗਿਆ ਕਿ ਲੱਭਦਿਆਂ ਹੋਇਆਂ ਦਾ ਪੈਰ ਫਿਸਲ ਜਾਂਦਾ ਹੈ, ਤਿਲਕ ਜਾਂਦੇ ਆ ਸਿੱਖ, ਤਿਲਕ ਕੇ ਡਿੱਗ ਜਾਂਦੇ ਆ। ਇੰਨਾ ਲਹੂ ਮਿੱਝ ਦਾ ਗਾਰਾ ਹੋ ਗਿਆ ਉਸ ਧਰਤੀ ਤੇ, ਉਸ ਥਾਂ ਤੇ। ਕਾਰਨ ਜੰਗ ਭੂਮਿਕਾ ਭਾਰੀ, ਬਹੁਤ ਉਹ ਭੂਮਿਕਾ ਧਰਤੀ ਸੀ ਨਾ ਜਿਹੜੀ ਭਿਆਨਕ ਹੋ ਗਈ। ਇਹੋ ਜਿਹਾ ਘਮਾਸਾਨ ਦਾ ਯੁੱਧ ਹੋਇਆ ਕਿ ਧਰਤੀ ਹੀ ਬਹੁਤ ਭਿਆਨਕ ਬਣ ਗਈ ਹੈ। ਮਰੇ ਪਰੇ ਪਟ ਹਾਇਨ ਹਜ਼ਾਰੀ, ਤੇ ਹਜ਼ਾਰ ਹਾ ਪਟ ਸੂਰਮੇ ਮਰੇ ਪਏ ਐ, ਹਜ਼ਾਰ ਹਾ ਘੋੜੇ ਮਰੇ ਪਏ ਐ। ਰਲੇ ਮਿਲੇ ਸਿੱਖ ਤੁਰਕ ਕਨੇਰੇ,
ਬਹੁਤ ਤੁਰਕਾਂ ਦੀਆਂ ਲੋਥਾਂ ਦੇ ਢੇਰ ਲੱਗੇ ਪਏ ਐ। ਉਸੇ ਹੀ ਰਣ ਤੱਤੇ ਵਿੱਚ ਮਹਾਰਾਜ ਜੀ ਦੇ ਸਿੱਖ ਵੀ ਸ਼ਹੀਦ ਹੋਏ ਪਏ ਐ, ਕਿਉਂਕਿ ਦੂ ਬਦੂ ਲੜਾਈ ਦੇ ਅੰਦਰ ਗੋਲੀਆਂ ਮੀਂਹ ਵਾਂਗ ਵਰਦੀਆਂ, ਸਰ ਸਰ ਕਰਦੇ ਤੀਰ ਚੱਲਦੇ ਐ। ਧੰਨ ਹਨ ਉਹ ਸਿੱਖ ਜਿਨ੍ਹਾਂ ਨੇ ਮਹਾਰਾਜ ਵਾਸਤੇ ਲੜਦਿਆਂ ਆਪਣੀ ਛਾਤੀ ਵਿੱਚ ਗੋਲੀਆਂ ਖਾਧੀਆਂ, ਪੁਰਸ਼ਾਰਥ ਕੀਤਾ ਧਰਮ ਵਾਸਤੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਦਿਆਂ ਤੀਰਾਂ ਦੇ ਵਾਰ ਸਹਾਰਦੇ, ਇੱਕ ਦੂਜੇ ਦੇ ਮਾਰਦੇ ਤੇ ਆਪਣੇ ਮੂੰਹ ਤੇ ਖਾਂਦੇ ਮਰਦਾਂ ਵਾਂਗ ਮੈਦਾਨੇ ਜੰਗ ਵਿੱਚ ਸ਼ਹੀਦ ਹੋਏ। ਉਹ ਸਿੱਖਾਂ ਦੇ ਸਰੀਰ ਵੀ ਉੱਥੇ ਪਏ ਆ। ਜਦੋਂ ਮਸ਼ਾਲਾਂ ਨਾਲ ਮਹਾਰਾਜ ਸਾਹਿਬ ਜੀ ਨੂੰ ਵੇਖਦੇ ਲੱਭਦੇ ਫਿਰਦੇ, ਕੋਈ ਤਿਲਕਦਾ ਕੋਈ ਡਿੱਗ ਜਾਂਦਾ, ਲਹੂ ਮਿੱਝ ਖਿਲਰਿਆ ਪਿਆ ਏ। ਵਿਚਰਤ ਭੇ ਸਭ ਹੀਰੇ, ਇੱਧਰ ਉੱਧਰ ਵਿਚਰ ਰਹੇ ਐ ਤੇ ਸਾਰੇ ਵੇਖ ਰਹੇ ਆ ਮਹਾਰਾਜ ਜੀ ਨੂੰ ਲੱਭਦੇ ਹੋਏ। ਰਹੇ ਮਸਾਲਨ ਕੀਰ ਪ੍ਰਕਾਸ਼, ਬਹੁਤੀਆਂ ਮਸ਼ਾਲਾਂ ਸਿੱਖਾਂ ਨੇ ਫਿਰ ਜਗਾਈਆਂ ਤੇ ਮਸ਼ਾਲਾਂ ਦਾ ਪ੍ਰਕਾਸ਼ ਕਰਕੇ ਵੇਖਣ ਲੱਗੇ। ਇਸ ਵਿਦ ਗਏ ਗੁਰੂ ਕੇ ਪਾਸ, ਇਉਂ ਲੱਭਦੇ ਲੱਭਦੇ ਸਿੱਖ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਕੋਲ ਫਿਰ ਚਲੇ ਹੀ ਗਏ, ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠੇ ਹੋਏ ਗਰੀਬ ਨਵਾਜ। ਅਬਦੁਲ ਖਾਨ ਮਾਰ ਟਿਕ ਫਿਰੇ, ਕੀ ਵੇਖਿਆ ਸਿੱਖਾਂ ਨੇ ਕਿ ਅਬਦੁਲ ਖਾਨ ਦਾ ਸਿਰ ਲਾਇਆ ਪਿਆ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲੇ। ਅਬਦੁਲ ਖਾਨ ਦਾ ਸਿਰ ਲੱਥਾ ਪਿਆ ਏ। ਵਿਕਟ ਅਪਰ ਮਾਰੇ ਬਹੁ ਪਰੇ, ਹੋਰ ਬਹੁਤ ਸਾਰੇ ਜਿਹੜੇ ਨਾ ਸ਼ਰੀਰ ਤੁਰਕਾਂ ਦੇ ਲਾਗੇ ਪਏ ਐ, ਲੋਥਾਂ ਪਈਆਂ ਨੇ ਜਿੱਥੇ ਵਿਚਕਾਰ ਮਹਾਰਾਜ ਜੀ ਬੈਠੇ ਹੋਏ ਐ। ਆਲੇ ਦੁਆਲੇ ਲੋਥਾਂ ਦੇ ਢੇਰ ਹੀ ਲੱਗੇ ਪਏ ਆ ਜਿੱਥੇ ਹਜੂਰ ਬੈਠੇ ਹਨ। ਸੰਗਰ ਘਾਏ ਕਨੀ ਲਗ ਭੂਰੇ, ਤੇ ਸਿੱਖਾਂ ਨੇ ਵੇਖਿਆ ਏਡਾ ਘੋਰ ਘਮਾਸਾਨ ਯੁੱਧ ਹੋਇਆ ਹੈ। ਵੇਖੋ ਮਹਾਰਾਜ ਦੇ ਆਲੇ ਦੁਆਲੇ ਤੁਰਕੀ ਤੁਰਕ ਲੋਥਾਂ ਹੀ ਲੋਥਾਂ ਪਈਆਂ ਨੇ। ਸੋਪੀ ਮਰਿਓ ਖੇਤ ਰਣ ਭੂਰੇ, ਤੇ ਇਉਂ ਸਾਧ ਸੰਗਤ ਜੀ ਬਹੁਤਾ ਜ਼ਿਆਦਾ ਘੋਰ ਜੰਗ ਦੇ ਅੰਦਰ ਘੋੜਿਆਂ ਦੇ ਸਮੇਤ ਮਾਰੇ ਗਏ ਆ ਸਾਰੇ ਹੀ। ਫਿਰ ਇਕਾਕੀ ਵੀਰ ਵਿਸਾਲਾ, ਤੇ ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਬਲੀ ਬਹਾਦਰ ਸਤਿਗੁਰੂ ਜੀ ਇਕਾਂਤ ਵਿੱਚ ਗਰੀਬ ਨਵਾਜ ਸਤਿਗੁਰੂ ਜੀ ਇਕੱਲੇ ਬੈਠੇ ਆ। ਕਰੇ ਬਿਲੋਕਨ ਗੁਰ ਜਿਸ ਕਾਲਾ, ਜਿਸ ਸਮੇਂ ਸਤਿਗੁਰੂ ਜੀ ਨੂੰ ਬੈਠਿਆਂ ਹੋਇਆਂ ਸਿੱਖਾਂ ਨੇ ਵੇਖਿਆ ਏ, ਭਏ ਪ੍ਰਫੁੱਲਿਤ ਪਾਇਨ ਪਰੇ, ਮਹਾਰਾਜ ਜੀ ਦਾ ਦਰਸ਼ਨ ਕਰਦਿਆਂ ਹੀ ਨੈਣ ਸਾਰਿਆਂ ਦੇ ਖਿੜ ਗਏ, ਅੱਖਾਂ ਖਿੜਦੀਆਂ, ਹਿਰਦੇ ਖੁਸ਼ ਹੋ ਗਏ ਮਹਾਰਾਜ ਵੱਲ ਵੇਖ ਕਰਕੇ। ਸਭ ਸਿੱਖ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਵੇਖ ਕੇ ਹਜੂਰ ਦਾ ਦਰਸ਼ਨ ਕਰਕੇ ਮਹਾਰਾਜ ਜੀ ਦੇ ਚਰਨੀ ਪੈ ਗਏ। ਹੀਰ ਹੀਰ ਸਭ ਧੀਰਜ ਧਰੇ, ਵੇਖ ਵੇਖ ਕੇ ਮਹਾਰਾਜ ਜੀ ਵੱਲ ਸਭ ਨੇ ਧੀਰਜ ਕੀਤੀ, ਮਨ ਠਹਿਰ ਗਿਆ, ਕਿਉਂਕਿ ਕਈ ਪ੍ਰਕਾਰ ਦੇ ਫੁਰਨੇ ਆ ਰਹੇ ਸੀ। ਮਹਾਰਾਜ ਸ਼ਹੀਦ ਹੋ ਗਏ, ਸੱਚੇ ਪਾਤਸ਼ਾਹ ਕਿਉਂ ਨਹੀਂ ਲੱਭਦੇ, ਕਿੱਥੇ ਹੋਣਗੇ ਮਹਾਰਾਜ? ਕਈ ਪ੍ਰਕਾਰ ਦੇ ਫੁਰਨੇ ਮਨ ਵਿੱਚ ਆਈ ਜਾਂਦੇ ਸੀ। ਮਹਾਰਾਜ ਵੱਲ ਵੇਖ ਕੇ ਸਭ ਦਾ ਮਨ ਧੀਰਜ ਵਿੱਚ ਆ ਗਿਆ, ਠਹਿਰ ਗਿਆ ਮਨ ਸਭ ਦਾ ਮਹਾਰਾਜ ਦਾ ਦਰਸ਼ਨ ਕਰਕੇ। ਵਿਧੀ ਚੰਦ ਕਰ ਜੂਰ ਬਖਾਨਾ, ਵਿਧੀ ਚੰਦ ਜੀ ਅੱਗੇ ਹੋਏ, ਮਹਾਰਾਜ ਜੀ ਨੂੰ ਵੇਖੋ ਬੇਨਤੀ ਵੀ ਕਰਨ ਵਾਸਤੇ ਸਿੱਖਾਂ ਦਾ ਹੀਆ ਨਾ ਸੀ ਪੈਂਦਾ, ਮੁਖੀ ਸਿੱਖ ਹੀ ਮਹਾਰਾਜ ਨੂੰ ਬੇਨਤੀ ਕਰਿਆ ਕਰਦੇ। ਵਿਧੀ ਚੰਦ ਜੀ ਅੱਗੇ ਹੋਏ, ਹਜੂਰ ਚੁੱਪ ਆਪਣੇ ਮੌਜ ਵਿੱਚ ਬੈਠੇ ਐ। ਗਰੀਬ ਨਵਾਜ ਸਤਿਗੁਰੂ ਦੇ ਚਰਨਾਂ ਵਿੱਚ ਹੱਥ ਜੋੜ ਕੇ ਵਿਧੀ ਚੰਦ ਜੀ ਨੇ ਬੇਨਤੀ ਕੀਤੀ, ਕਿਮ ਥਿਰ ਰਹੇ ਪ੍ਰਭੂ ਪ੍ਰਾਣ ਠਾਨਾ, ਮਹਾਰਾਜ ਆਪ ਇੱਥੇ ਕਿਉਂ ਬੈਠ ਰਹੇ ਹੋ ਸੱਚੇ ਪਾਤਸ਼ਾਹ ਜੀ? ਕੀ ਕਾਰਨ ਹੋਇਆ? ਯੁੱਧ ਕਿਵੇਂ ਹੋਇਆ? ਸੱਚੇ ਪਾਤਸ਼ਾਹ ਆਪ ਕਿਰਪਾ ਕਰੋ ਦੱਸੋ। ਇੱਥੇ ਮਹਾਰਾਜ ਇਕਾਂਤ ਆਪ ਕਿਉਂ ਬੈਠੇ ਹੋ? ਦਾਸ ਨਾ ਪਾਸ ਇਕਾਕੀ ਹੋ, ਮਹਾਰਾਜ ਕੋਈ ਦਾਸ ਸੇਵਕ ਨਹੀਂ ਕੋਲ, ਇਕੱਲੇ ਹੀ ਆਪ ਸੱਚੇ ਪਾਤਸ਼ਾਹ ਜੀ ਇੱਥੇ ਬੈਠ ਰਹੇ ਹੋ। ਪ੍ਰਭੂ ਅਬ ਕਿਆ ਚਿਤ ਚਹੋ, ਮਹਾਰਾਜ ਦੱਸੋ ਆਪ ਜੀ ਦੀ ਹੁਣ ਕੀ ਇੱਛਾ ਹੈ? ਗਰੀਬ ਨਵਾਜ ਜਿਵੇਂ ਆਪ ਦਾ ਹੁਕਮ ਹੋਵੇ ਅਸੀਂ ਉਵੇਂ ਕਰੀਏ, ਮਹਾਰਾਜ ਸਾਨੂੰ ਆਗਿਆ ਦਿਓ ਜੀ। ਸੁਨ ਸ੍ਰੀ ਹਰਗੋਬਿੰਦ ਉਚਾਰਾ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਤਿਗੁਰੂ ਜੀ ਦਾ ਚਿੱਤ ਉਦਾਸ ਹੋਣਾ ਮੀ ਸਾਧ ਸੰਗਤ ਜੀ ਤੇ ਇਕੱਲਿਆਂ ਬੈਠ ਜਾਣਾ, ਕਿਉਂਕਿ ਮਹਾਰਾਜ ਮਨੁੱਖਾ ਖੂਨ ਨਹੀਂ ਡੋਲਣਾ ਚਾਹੁੰਦੇ ਸੱਚੇ ਪਾਤਸ਼ਾਹ ਜੀ। ਗਰੀਬ ਨਵਾਜ ਦਾ ਇਹ ਧਰਮ ਹੈ। ਮਹਾਰਾਜ ਸੱਚੇ ਪਾਤਸ਼ਾਹ ਤਾਂ ਕੀੜੀ ਤੇ ਦਇਆ ਕਰਦੇ ਆ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੇ ਜੀਵਨ ਪੜ੍ਹੀਏ ਤੇ ਹਜੂਰ ਤਾਂ ਫੁੱਲ ਦੇ ਟੁੱਟਣ ਨਾਲ ਇੰਨਾ ਦਿਲ ਦੁਖਦਾ ਹੈ ਕਿ ਆਪਣੇ ਪੋਤਰੇ ਗੁਰੂ ਹਰਿਰਾਏ ਸਾਹਿਬ ਨੂੰ ਕਹਿੰਦੇ, ਭਾਈ ਪੁਰਖਾ ਚੋਲਾ ਸਾਂਭ ਕੇ ਚੱਲਿਆ ਕਰੋ ਜੇ ਏਡਾ ਵੱਡਾ ਚੋਲਾ ਪਾਉਣਾ ਹੈ। ਏਡੀ ਦਇਆ ਹੈ ਗੁਰੂ ਮਹਾਰਾਜ ਜੀ ਦੇ ਅੰਦਰ। ਪਰ ਜਿਹੜਾ ਸਾਧ ਸੰਗਤ ਜੀ ਹੁਣ ਚੜ ਕੇ ਹੀ ਆ ਜਾਵੇ, ਸੀਸ ਨੂੰ ਹੱਥ ਪਾ ਲਵੇ, ਦਸਤਾਰ ਨੂੰ ਹੱਥ ਪਾ ਲਵੇ, ਅਣਖ ਤੇ ਗੈਰਤ ਨੂੰ ਰੋਲਣਾ ਚਾਹਵੇ, ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਸ਼ਸਤਰ ਵੀ ਪਾਏ ਹੋਏ ਐ
ਤੇ ਜਿਹੋ ਜਿਹਾ ਸਾਡਾ ਇਤਿਹਾਸ ਕਹਿੰਦਾ ਨਾ, ਸਾਡੀ ਕੌਮ ਸਦਾ ਲਈ ਇਸ ਇਤਿਹਾਸ ਨੂੰ ਸੁਰਜੀਤ ਰੱਖਦੀ ਆਈ ਹੈ ਤੇ ਅੱਗੇ ਨੂੰ ਵੀ ਰੱਖਦੀ ਰਹੇਗੀ। ਇਹਦੇ ਤੇ ਬਾਜਾਂ ਵਾਲੇ ਸਤਿਗੁਰੂ ਦੀ ਕਿਰਪਾ ਹੈ। ਸੱਚੇ ਪਾਤਸ਼ਾਹ ਦਾ ਮਨ ਉਪਰਾਮ ਹੈ ਕਿ ਕਾਹਨੂੰ ਇਹਨਾਂ ਨੇ ਚੜ ਕੇ ਆਉਣਾ ਸੀ ਤੇ ਸਾਡੇ ਹੱਥੋਂ ਨਾ ਮਾਰੇ ਜਾਂਦੇ, ਪਰ ਇਹ ਚੜ ਕੇ ਆਏ ਐ, ਮਹਾਰਾਜ ਦੇ ਹੱਥੋਂ ਮਾਰੇ ਗਏ ਐ। ਸੱਚੇ ਪਾਤਸ਼ਾਹ ਜੀ ਮਹਾਰਾਜ ਵੇਖੋ, ਕਿਉਂਕਿ ਸਾਧ ਸੰਗਤ ਜੀ ਜਿਹੜੀ ਫੌਜ ਹੁੰਦੀ ਹੈ ਨਾ, ਸਿਪਾਹੀ ਦਾ ਕੀ ਕਸੂਰ ਹੁੰਦਾ ਹੈ? ਕੋਈ ਕਸੂਰ ਨਹੀਂ ਹੁੰਦਾ। ਅਬਦੁਲ ਖਾਨ ਦੇ ਕੋਲੋਂ ਤਾਂ ਤਨਖਾਹਾਂ ਹੀ ਲੈ ਕੇ ਆਪਣੇ ਪਰਿਵਾਰ ਦੀ ਪਾਲਣਾ ਪੋਸ਼ਣਾ ਕਰਦੇ ਹੋਣਗੇ ਨਾ। ਇਸ ਕਰਕੇ ਮਹਾਰਾਜ ਦਇਆ ਕਰਦੇ ਆ ਸਭ ਦੇ ਉੱਤੇ ਸੱਚੇ ਪਾਤਸ਼ਾਹ, ਤੇ ਮਹਾਰਾਜ ਹਰ ਹੀਲੇ ਯਤਨ ਕਰਦੇ ਆ ਕਿ ਯੁੱਧ ਟਲੇ, ਯੁੱਧ ਨਾ ਹੋਵੇ। ਪਰ ਜਦੋਂ ਸਾਰੇ ਹੀ ਰਾਹ ਬੰਦ ਹੋ ਜਾਣ ਤੇ ਫਿਰ ਮਹਾਰਾਜ ਕਹਿੰਦੇ ਭਾਈ ਸਾਡਾ ਯੁੱਧ ਕਰਨਾ ਮਜਬੂਰੀ ਹੈ। ਸਾਡਾ ਇਹ ਸ਼ੌਂਕ ਨਹੀਂ ਹੈ ਕਿ ਅਸੀਂ ਕਿਸੇ ਨੂੰ ਮਾਰਨਾ ਚਾਹੁੰਦੇ ਆ ਜਾਂ ਕਿਸੇ ਪ੍ਰਕਾਰ ਅਸੀਂ ਮਨੁੱਖਾ ਖੂਨ ਡੋਲਣਾ ਚਾਹੁੰਦੇ ਆ, ਨਹੀਂ, ਸਾਡੀ ਫਿਰ ਮਜਬੂਰੀ ਬਣ ਜਾਂਦੀ ਹੈ। ਜਦੋਂ ਸਾਡੇ ਕੋਈ ਚੜ ਕੇ ਆ ਜਾਵੇ ਫਿਰ ਅਸੀਂ ਬੇਬਸ ਹੋਏ ਉਹਦਾ ਸਿਰ ਲਾਉਂਦੇ ਆ, ਸਾਡਾ ਹੋਰ ਕੋਈ ਵਸ ਨਹੀਂ ਚੱਲਦਾ ਹੈ। ਤੇ ਇਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਖਿਆ ਕਿ ਭਾਈ ਸਾਰੇ ਦਾ ਵਰਤਣੇ ਚਾਹੀਦੇ ਆ, ਪਰ ਜਦੋਂ ਸਾਰੇ ਰਾਹ ਬੰਦ ਹੋ ਜਾਣ ਫਿਰ ਸ਼ਸਤਰ ਚੁੱਕ ਲੈਣਾ ਧਰਮ ਹੈ। ਸ਼ਸਤਰ ਦੇ ਨਾਲ ਹੀ ਸ਼ਾਂਤੀ ਬਹਾਲ ਹੁੰਦੀ ਹੈ। ਫਿਰ ਐਡਾ ਰੌਲਾ ਪੈਂਦਾ ਸੀ, ਯੁੱਧ ਹੋਇਆ, ਕਿਵੇਂ ਸ਼ਾਂਤੀ ਹੋ ਗਈ ਨਾ। ਸਾਰਾ ਦੇਸ਼ ਹੀ ਸਤਿਗੁਰੂ ਜੀ ਤੋਂ ਭੈ ਕਰਨ ਲੱਗਾ ਸੀ, ਡਰਨ ਲੱਗਾ ਸੀ। ਕਿੱਥੇ ਸਿੱਖ ਸਹਿਮ ਗਏ ਸੀ। ਮਹਾਰਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਜਦੋਂ ਸ਼ਹਾਦਤ ਹੋਈ, ਸਿੱਖ ਡਰ ਗਏ ਸੀ, ਕਿਉਂਕਿ ਮਹਾਰਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸਧਾਰਨ ਵਿਅਕਤੀ ਨਹੀਂ ਸਨ। ਮਹਾਰਾਜ ਸਿੱਖਾਂ ਦੇ ਇਸ਼ਟ ਦੇਵ ਨੇ। ਗੁਰੂ ਅਰਜਨ ਸਾਹਿਬ ਜੀ ਗੁਰਿਆਈ ਦੇ ਮਾਲਕ ਹਨ, ਜਿਨ੍ਹਾਂ ਨੂੰ ਯਾਸਾਂ ਦੀਆਂ ਸਜ਼ਾਵਾਂ ਦੇ ਕੇ ਹਕੂਮਤ ਨੇ ਸ਼ਹੀਦ ਕੀਤਾ ਸੀ। ਸਿੱਖਾਂ ਦੇ ਦਿਲ ਦਹਿਲ ਗਏ ਸੀ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ ਸਿੱਖਾਂ ਦੇ ਚਿਹਰਿਆਂ ਤੇ ਘਬਰਾਹਟ ਵੇਖ ਕਰਕੇ ਬਚਨ ਕਿਹਾ ਸੀ ਕਿ ਜਿਨਨੇ ਸਾਡੇ ਸਤਿਗੁਰੂ ਪਿਤਾ ਨੂੰ ਸ਼ਹੀਦ ਕੀਤਾ ਉਹਦੀ ਨੱਕ ਵਿੱਚ ਨਕੇਲ ਪਾਵਾਂ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਦੋਵੇਂ ਭੁਜਾਵਾਂ ਉੱਪਰ ਨੂੰ ਕਰਕੇ ਗੁਰਤਾ ਗੱਦੀ ਤੇ ਬੈਠਦਿਆਂ 11 ਸਾਲ ਦੀ ਆਯੂ ਵਿੱਚ ਪ੍ਰਤੱਗਿਆ ਕੀਤੀ ਸੀ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਵੇਖੋ ਉਦਾਸ ਚਿੱਤ ਬੈਠੇ ਐ ਤੇ ਬਿਧੀ ਚੰਦ ਜੀ ਨੇ ਕਿਹਾ, ਮਹਾਰਾਜ ਆਪ ਇਕੱਲੇ ਬੈਠੇ ਹੋ, ਕੋਈ ਸੇਵਾਦਾਰ ਨਹੀਂ ਹਜੂਰ ਕੋਲ, ਤੇ ਮਹਾਰਾਜ ਸਾਨੂੰ ਹੁਣ ਦੱਸੋ ਕੀ ਆ ਗਿਆ ਸਾਡੇ ਵਾਸਤੇ? ਯੁੱਧ ਤਾਂ ਮਹਾਰਾਜ ਫਤਿਹ ਹੋ ਗਿਆ, ਸਤਿਗੁਰੂ ਜੀ ਸਾਨੂੰ ਕੀ ਆ ਗਿਆ, ਆਪ ਹੁਕਮ ਕਰੋ। ਮਹਾਰਾਜ ਨੂੰ ਹਲੀਮੀ ਨਾਲ ਬਿਧੀ ਚੰਦ ਜੀ ਨੇ ਪੁੱਛਿਆ, ਜੋ ਚਿਤ ਚਾਹੇ ਕਰਨ ਹਮਕਾਰਾ। ਮਹਾਰਾਜ ਜੋ ਆਪ ਚਿੱਤ ਵਿੱਚ ਚਾਹੁੰਦੇ ਹੋ ਕਿ ਅਸੀਂ ਉਹ ਕਾਰਾ ਫਿਰ ਕਰਨਾ ਕਰੀਏ, ਉਹ ਕਾਰਜ ਕਰਨਾ ਕਰੀਏ। ਅਨੁਸਾਰ ਭਏ ਤੇ ਹੋਏ। ਮਹਾਰਾਜ ਨੇ ਕਿਹਾ, ਸਤਿਗੁਰੂ ਜੀ ਕਹਿੰਦੇ ਜੋ ਚਿਤ ਚਾਹੇ, ਜੋ ਅਸੀਂ ਚਿੱਤ ਵਿੱਚ ਚਾਹੁੰਦੇ ਆ ਨਾ ਕਾਰਜ ਕਰਨਾ ਬਿਧੀ ਚੰਦ ਜੀ, ਉਹ ਤਾਂ ਫਿਰ ਭੁਨਸਾਰ ਜਦੋਂ ਸਵੇਰ ਹੋਵੇਗੀ ਨਾ ਉਦੋਂ ਹੀ ਹੋਊਗਾ। ਹੁਣ ਕਿਉਂਕਿ ਹੁਣ ਤਾਂ ਹਨੇਰਾ ਹੋ ਗਿਆ। ਮਹਾਰਾਜ ਕੀ ਕਾਰਜ ਚਾਹੁੰਦੇ ਆ ਕਿ ਆ ਜਾਣਾ? ਸਤਿਗੁਰੂ ਜੀ ਕਹਿੰਦੇ ਬਿਧੀ ਚੰਦ ਜੀ ਜਿਹੜਾ ਕੰਮ ਅਸੀਂ ਕਰਨਾ ਚਾਹੁੰਦੇ ਆ ਉਹ ਤਾਂ ਸਵੇਰ ਹੋਣ ਤੋਂ ਹੀ ਹੁਣ ਹੋਵੇਗਾ। ਮਹਾਰਾਜ ਕਹਿੰਦੇ ਚਲੋ ਸਿੱਖੋ ਹੁਣ ਡੇਰੇ ਨੂੰ ਪੜਾ ਤੇ ਚੱਲਣਾ ਕਰੀਏ, ਸਭ ਕੋਈ ਭਾਈ ਚੱਲੋ। ਉਹ ਸਿੱਖ ਕਾਇਲ ਪੂਰਨ ਵਿਸੈ। ਮਹਾਰਾਜ ਕਹਿੰਦੇ ਨੇ ਬਿਧੀ ਚੰਦ ਜੀ ਖਿਆਲ ਕਰੋ, ਜਿਹੜਾ ਕੋਈ ਸਿੱਖ ਮੈਦਾਨੇ ਜੰਗ ਦੇ ਅੰਦਰ ਜ਼ਖਮੀ ਪਿਆ, ਕਿਉਂਕਿ ਸਾਧ ਸੰਗਤ ਜੀ ਜ਼ਖਮ ਵੀ ਇਹੋ ਜਿਹੇ ਡਾਢੇ ਲੱਗ ਜਾਂਦੇ ਜਦੋਂ ਉੱਠਿਆ ਨਾ ਜਾਂਦਾ। ਤੇ ਉਸ ਰਾਤ ਦੇ ਹਨੇਰੇ ਵਿੱਚ ਵੇਖੋ ਇੰਨਾ ਪਰਖਣਾ ਕਿ ਉਹਨਾਂ ਵਿੱਚ, ਕਿਉਂਕਿ ਕਈ ਵਾਰੀ ਫਾਟੇ ਹੋ ਜਿਹਾ ਲੱਗਾ ਹੁੰਦਾ, ਬੇਹੋਸ਼ ਹੋ ਜਾਂਦਾ ਸਰੀਰ ਕਰਕੇ, ਨਹੀਂ ਸੁੱਧ ਰਹਿੰਦੀ ਪਰ ਜਿਉਂਦੇ ਹੋਏ ਹੁੰਦਾ ਸਰੀਰ। ਬਿਧੀ ਚੰਦ ਜੀ ਆਦਿਕ ਸਿੱਖਾਂ ਨੂੰ ਇਹ ਸਾਧ ਸੰਗਤ ਜੀ ਪੂਰਾ ਗਿਆਨ ਹੁੰਦਾ ਸੀ। ਸ਼ਾਹ ਰਗ ਦੇ ਉੱਤੇ ਹੱਥ ਰੱਖਦੇ ਵੇਖ ਲੈਂਦੇ ਸੀ ਜਿਉਂਦਾ ਕਿ ਮਰ ਗਿਆ, ਵੇਖ ਲੈਂਦੇ ਸੀ। ਸਿੱਖਾਂ ਨੂੰ ਇੰਨਾ ਗਿਆਨ ਸੀ। ਰਾਤ ਦੇ ਹਨੇਰੇ ਵਿੱਚ ਮਸ਼ਾਲਾਂ ਦੇ ਨਾਲ ਮਹਾਰਾਜ ਨੇ ਕਿਹਾ, ਚੁਣੋ ਜਿਹੜੇ ਘਾਇਲ ਸਿੱਖ ਪਏ ਆ ਨਾ ਬਿਧੀ ਚੰਦ ਜੀ, ਵੇਖੋ ਉਹਨਾਂ ਨੂੰ ਰਣ ਤੱਤੇ ਵਿੱਚ ਕੋਈ ਘਾਇਲ ਜ਼ਖਮੀ ਸਿੱਖ ਮਿਲ ਜਾਵੇ ਤਾਂ ਸੰਭਾਰਨ ਅਨਹੁ ਦਿਸੈ, ਉਹਨੂੰ ਸੰਭਾਲੋ, ਸੰਭਾਲ ਕਰੋ ਤੇ ਲੈ ਆਓ, ਪੜਾ ਤੇ ਚੱਕ ਕਰਕੇ ਡੇਰੇ ਵਿੱਚ ਲੈ ਆਵੋ। ਅਸ ਕਹਿ ਸਤਿਗੁਰ ਨੇ ਹੈ ਲੀਨ। ਇਉਂ ਸਤਿਗੁਰੂ ਜੀ ਕਹਿ ਕੇ ਉੱਠੇ ਗਰੀਬ ਨਵਾਜ਼ ਸੱਚੇ ਪਾਤਸ਼ਾਹ। ਸੇਵਾਦਾਰ ਨੇ ਘੋੜਾ ਮਹਾਰਾਜ ਜੀ ਦੇ ਅੱਗੇ ਤੇ ਸਮੇਂ ਪੇਸ਼ ਕੀਤਾ। ਮਹਾਰਾਜ ਘੋੜੇ ਨੂੰ ਪਕੜਿਆ, ਹਜੂਰ ਘੋੜੇ ਤੇ ਅਸਵਾਰ ਹੋਏ। ਸੱਚੇ ਪਾਤਸ਼ਾਹ ਜੀ ਘੋੜੇ ਤੇ ਚੜ ਕੇ ਡੇਰੇ ਵੱਲ ਨੂੰ ਮਹਾਰਾਜ ਚੱਲ ਪਏ। ਭਏ ਅਰੂਡਨ
ਅਰੂੜਨ ਪਿਆਨੋ ਕੀਨ। ਮਹਾਰਾਜ ਅਰੂੜ ਕੇ ਭਾਵ ਘੋੜੇ ਤੇ ਸਵਾਰ ਹੋ ਕੇ ਸਤਿਗੁਰੂ ਜੀ ਨੇ ਚੱਲਣਾ ਕੀਤਾ। ਨਿਜ ਡੇਰੇ ਕਹੋ ਚੱਲ ਕਰ ਆਏ। ਮਹਾਰਾਜ ਆਪਣੇ ਡੇਰੇ ਨੂੰ ਚੱਲ ਕਰਕੇ ਆ ਗਏ ਜਿੱਥੇ ਹਜੂਰ ਨੇ ਪੜਾ ਪਾਇਆ ਏ। ਵਿਧੀਏ ਘਾਇਲ ਸਿੱਖ ਉਠਵਾਏ। ਵਿਧੀ ਚੰਦ ਜੀ ਨੇ ਘਾਇਲ ਸਿੱਖਾਂ ਨੂੰ ਉਠਵਾਉਣਾ ਕੀਤਾ। ਫਿਰ ਨਾਲ ਨਾਲ ਸਾਰੇ ਸਿੱਖ ਨੇ ਵਿਧੀ ਚੰਦ ਜੀ ਵੇਖਦੇ ਆਪ ਨਿਰੀਖਣ ਕਰ ਰਹੇ ਆ। ਜਿਹੜਾ ਜਿਹੜਾ ਕੋਈ ਜ਼ਖਮੀ ਪਾ ਰਹੇ ਆ ਸਿੱਖਾਂ ਨੂੰ ਕਹਿੰਦੇ ਭਾਈ ਉਠਾਓ ਇਹਨੂੰ ਲੈ ਚੱਲੋ। ਇਉਂ ਸਾਰਾ ਯੁੱਧ ਵਾਲਾ ਥਾਂ ਫਿਰਨਾ ਕੋਈ ਰਾਤ ਸੌਖਾ ਇੰਨੀ ਸ੍ਰੀ ਸਾਹਿਬ ਵਾਈ ਹੈ। ਮਹਾਰਾਜ ਦੇ ਸਨਮੁਖ ਯੁੱਧ ਕੀਤਾ ਅੱਗੇ ਵੱਧ ਕਰਕੇ ਕਿੰਨਾ ਥੱਕ ਗਏ ਹੋਣਗੇ ਵਿਧੀ ਚੰਦ ਜੀ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਕਿਹਾ ਵਿਧੀ ਚੰਦ ਜੀ ਵੇਖੋ ਖੋਜੋ ਕੋਈ ਜ਼ਖਮੀ ਸਿੱਖ ਹੋਵੇ ਉਹਨੂੰ ਭਾਲੋ। ਤੇ ਮਹਾਰਾਜ ਦੀ ਆਗਿਆ ਵਿੱਚ ਵੇਖੋ ਕਿੰਨਾ ਭਾਵੇਂ ਥਕੇਵਾਂ ਹੋਇਆ ਹੋਵੇਗਾ ਕਿੰਨਾ ਸਾਧ ਸੰਗਤ ਜੀ ਯੁੱਧ ਕੀਤਾ ਫੱਟ ਵੀ ਅਕਸਰ ਲੱਗੇ ਹੋਣਗੇ ਨਾ। ਤੇ ਵਿਧੀ ਚੰਦ ਜੀ ਫਿਰ ਮਸ਼ਾਲ ਨੂੰ ਪਕੜ ਕੇ ਵੇਖ ਕੇ ਤੇ ਜਿੱਥੇ ਸ਼ਹੀਦ ਸਿੱਖ ਹੈ ਉਹਨਾਂ ਦੇ ਸਰੀਰ ਵੀ ਜਿਹੜੇ ਆ ਭਾਲ ਰਹੇ ਆ ਨਿਸ਼ਾਨਦਾਹੀ ਕਰ ਰਹੇ ਆ ਕਿਉਂਕਿ ਸਵੇਰ ਚੜੀ ਨੂੰ ਸਰੀਰ ਚੁੱਕਣੇ ਆ ਨਾ ਸ਼ਹੀਦ ਸਿੱਖਾਂ ਦੇ ਵੀ। ਇਸ ਕਰਕੇ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਭਾਲ ਕੇ ਵਿਧੀ ਚੰਦ ਜੀ ਉਠਵਾ ਰਹੇ ਆ। ਸਭ ਰਣ ਖੇਤ ਖੋਜ ਕਰ ਅੱਛੀ ਤਰ੍ਹਾਂ ਚੰਗੀ ਤਰ੍ਹਾਂ ਸਾਰਾ ਰਣ ਖੇਤ ਖੋਜਿਆ ਹੈ। ਇੰਨਾ ਕਿੱਡੇ ਵਿਸ਼ਾਲ ਰਣ ਖੇਤ ਹੋਵੇਗਾ ਜਿੱਥੇ ਯੁੱਧ ਹੋਇਆ ਹੈ ਸਾਰਾ ਹੀ ਉਹ ਰਣ ਖੇਤ ਖੋਜਿਆ ਹੈ। ਵਿਧੀ ਚੰਦ ਜੀ ਨੇ ਲੱਭਿਆ ਚੰਗੀ ਤਰ੍ਹਾਂ। ਹੌਲੀ ਹੌਲੀ ਫਿਰ ਪਿੱਛੇ ਆਏ ਆ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਵੱਲ ਨੂੰ ਡੇਰੇ ਵੱਲ ਨੂੰ ਮੁੜੇ ਆ ਵਿਧੀ ਚੰਦ ਜੀ। ਆਏ ਸਿਮਰ ਮਹਿ ਆਨੰਦ ਵਧਾਏ। ਜਦੋਂ ਆਏ ਆ ਡੇਰੇ ਵਿੱਚ ਬਹੁਤ ਸਿੱਖਾਂ ਨੂੰ ਆਨੰਦ ਹੋਇਆ ਬੜੀ ਖੁਸ਼ੀ ਹੋਈ ਮਹਾਰਾਜ ਦੀ ਫਤਿਹ ਦੀ। ਦੁੰਦਰ ਫਤਿਹ ਢੇਰ ਵਜਵਾਏ। ਦੁੰਦਬ ਜਿਹੜੇ ਨਗਾਰੇ ਆ ਨਾ ਉਹ ਸਾਧ ਸੰਗਤ ਜੀ ਫਤਿਹ ਦੇ ਜਿੱਤ ਦੇ ਨਗਾਰੇ ਤੇ ਸਮੇਂ ਵਜਾ ਦਿੱਤੇ। ਵਿਧੀ ਚੰਦ ਜੀ ਨੇ ਕਿਹਾ ਨਗਾਰਿਆਂ ਤੇ ਚੋਭ ਲਾਓ ਜਿੱਤ ਦਾ ਸੰਕੇਤ ਦੇਣਾ ਕਰੋ। ਸਭ ਕੀ ਕਰੀ ਸੰਭਾਰਨ ਡੇਰੇ। ਸਾਰੇ ਜ਼ਖਮੀਆਂ ਦੀ ਫਿਰ ਸੰਭਾਲ ਵੀ ਡੇਰੇ ਵਿੱਚ ਕਰਵਾਉਣਾ ਕੀਤੀ। ਜਿਹੜੇ ਡੇਰੇ ਵਿੱਚ ਸੇਵਾਦਾਰ ਨੇ ਉਹ ਜ਼ਖਮੀਆਂ ਦੀ ਸੰਭਾਲ ਵਿੱਚ ਲੱਗ ਗਏ ਆ। ਖਾਨ ਪਾਨ ਕੋ ਦੀਨ ਕਨੇਰੇ। ਲੰਗਰ ਪ੍ਰਸ਼ਾਦ ਛਕਣ ਵਾਸਤੇ ਸਭ ਨੂੰ ਦੇਣਾ ਕੀਤਾ। ਭਏ ਨਿਚਿੰਤ ਸ਼ਤਰਗਨ ਮਾਰੇ। ਨਿਚਿੰਤ ਹੋ ਗਏ ਬਹੁਤ ਦੁਸ਼ਮਣਾਂ ਦਾ ਮਾਰ ਕਰਕੇ ਜ਼ਾਲਮਾਂ ਦਾ ਨਾਸ਼ ਕਰਕੇ ਸਿੱਖ ਜਿਹੜੇ ਆ ਉਹ ਚਿੰਤਾ ਤੋਂ ਰਹਿਤ ਹੋਏ ਆ। ਸੁਪਤ ਜਥਾ ਸੁਖ ਭੇ ਤਬ ਸਾਰੇ। ਤੇ ਸਾਧ ਸੰਗਤ ਜੀ ਸੁਖ ਦੇ ਸਹਿਤ ਤੇ ਸਮੇਂ ਆਰਾਮ ਸਭ ਨੇ ਕਰਨਾ ਕੀਤਾ। ਪਾਸ਼ਲ ਨਿਸ਼ਾ ਉਠੇ ਗੁਣ ਖਾਨੀ। ਗੁਣਾ ਦੀ ਖਾਨ ਸਤਿਗੁਰੂ ਜੀ ਪਿਛਲੀ ਰਾਤ ਜਾਗ ਗਏ। ਵੇਖੋ ਕਿੰਨਾ ਯੁੱਧ ਕੀਤਾ ਫਿਰ ਪਿਛਲੀ ਰਾਤ ਮਹਾਰਾਜ ਫਿਰ ਜਾਗ ਪਏ ਅੰਮ੍ਰਿਤ ਵੇਲੇ। ਤੁਸੀਂ ਵੇਖੋ ਕਿ ਜਦੋਂ ਮਹਾਰਾਜ ਕਹਿ ਆਏ ਹੋਣਗੇ ਵੀ ਜ਼ਖਮੀਆਂ ਦੀ ਖੋਜ ਕਰ ਲਓ ਤੇ 2-4 ਘੰਟੇ ਤਾਂ ਲੱਗੇ ਹੀ ਹੋਣਗੇ ਨਾ ਇੱਦੇ ਮੈਦਾਨੇ ਜੰਗ ਨੂੰ ਫਿਰਦੇ ਆ ਤਾਂ 12 ਤਾਂ ਰਾਤ ਦੇ ਵੱਜੇ ਹੀ ਹੋਣਗੇ ਤੇ ਉਧਰੋਂ 2 ਵਜੇ ਫਿਰ ਉੱਠਣ ਦਾ ਸਮਾਂ ਹੋ ਗਿਆ। ਤੇ ਆਪਾਂ ਕਿੰਨਾ ਕੰਮ ਕਰਕੇ ਆਈਏ ਤੇ ਫਿਰ ਕਹਿੰਦੇ ਅੰਮ੍ਰਿਤ ਵੇਲਾ ਨਾ ਸਾਰਾ ਦਿਨ ਮੈਂ ਥੱਕ ਗਿਆ ਹੁਣ ਨਹੀਂ ਮੇਰੇ ਕੋਲ ਉੱਠਿਆ ਜਾ ਸਕਦਾ। ਯੁੱਧ ਕਰਨਾ 2.5 ਮਿੰਟ ਦੀ ਸਾਧ ਸੰਗਤ ਜੀ ਉਵੇਂ ਹੀ ਫਾਈਟ ਕਰਾ ਦੋ ਤੇ ਜੀਭ ਬਾਹਰ ਆ ਜਾਂਦੀ ਆ। ਸਾਰਾ ਦਿਨ ਯੁੱਧ ਕਰਨਾ ਇਹ ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਜੀ ਇਹੋ ਜਿਹੇ ਨਿਯਮ ਆਪ ਦੇ ਸਿੱਖਾਂ ਨੂੰ ਬਖਸ਼ੇ ਐ। ਪਿਛਲੀ ਰਾਤ ਮਹਾਰਾਜ ਅੰਮ੍ਰਿਤ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਜਾਗ ਪਏ ਆ ਗਰੀਬ ਨਵਾਜ। ਨਿਤ ਕੀ ਸੋਚ ਸਕਲ ਸਭ ਠਾਨੀ। ਨਿਤ ਦੀ ਸੋਚ ਸੁੱਚ ਪਵਿੱਤਰਤਾ ਕਿਰਿਆ ਜਿਹੜੀ ਸੀ ਮਹਾਰਾਜ ਨੇ ਨਿਤ ਦੀ ਕਿਰਿਆ ਉਹ ਕਰਨਾ ਕੀਤੀ। ਕਰ ਮੱਜਨ ਸੁਖ ਧਿਆਨ ਲਗਾਇਓ। ਮਹਾਰਾਜ ਜੀ ਨੇ ਮੱਜਨ ਇਸ਼ਨਾਨ ਕੀਤਾ ਹਜੂਰ ਚੌਂਕੜਾ ਲਾ ਕੇ ਬਹਿ ਗਏ ਤੇ ਮਹਾਰਾਜ ਨੇ ਆਪਣੇ ਸੁਖ ਸਰੂਪ ਦਾ ਧਿਆਨ ਲਾ ਲਿਆ। ਗਰੀਬ ਨਵਾਜ ਨੇ ਨੇਤਰ ਮੂੰਦ ਲਏ। ਸੱਚੇ ਪਾਤਸ਼ਾਹ ਜੀ ਨੇ ਆਪਣੇ ਹੀ ਨਿਜ ਸਰੂਪ ਵਿੱਚ ਸੱਚੇ ਪਾਤਸ਼ਾਹ ਜੀ ਲੀਨ ਹੋ ਗਏ। ਪ੍ਰਾਚੀ ਦਿਸ਼ ਪ੍ਰਕਾਸ਼ ਹੋਏ ਆਇਓ। ਜਦੋਂ ਪੂਰਬ ਦੀ ਦਿਸ਼ਾ ਵੱਲ ਪ੍ਰਕਾਸ਼ ਹੋ ਆਇਆ ਭਾਵ ਪੂਰਬ ਤੋਂ ਜਦੋਂ ਸੂਰਜ ਉਦੇ ਹੋਇਆ ਆਪਣੀ ਆਭਾ ਲੈ ਕਰਕੇ ਸਗਨ ਇਸ਼ਨਾਨ ਕੀਨ ਜਿਸ ਕਾਲ। ਤੇ ਸਾਧ ਸੰਗਤ ਜੀ ਸਭ ਨੇ ਹੀ ਅੰਮ੍ਰਿਤ ਵੇਲਾ ਜਾਣ ਕੇ ਇਸ਼ਨਾਨ ਸੁਧੇ ਆਏ। ਭਏ ਅਰੂਡਨ ਗੁਰੂ ਕਿਰਪਾਲੂ ਸਤਿਗੁਰੂ ਜੀ ਜਦੋਂ ਸੂਰਜ ਚੜਿਆ ਤੇ ਹਜੂਰ ਦੇ ਮਸਤਕ ਤੇ ਕਿਰਨਾਂ ਪਈਆਂ ਨਾ ਜਦੋਂ ਸੂਰਜ ਦੀਆਂ ਸੱਚੇ ਪਾਤਸ਼ਾਹ ਜੀ ਦੀ ਸਮਾਧ ਛੁੱਟੀ ਹੈ। ਮਹਾਰਾਜ ਜੀ ਆਪਣੇ ਨੇਤਰ ਖੋਲੇ ਸੱਚੇ ਪਾਤਸ਼ਾਹ ਜੀ ਨੇ
ਗਰੀਬ ਨਵਾਜ ਸਤਿਗੁਰੂ ਜੀ ਦੇ ਆਲੇ ਦੁਆਲੇ ਸਿੱਖ ਖੜੇ ਆ, ਹੱਥ ਜੋੜ ਕੇ ਹਲੀਮੀ ਨਾਲ ਸਿਰ ਝੁਕਾਈ ਖੜੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਉੱਠ ਖਲੋਤੇ ਆ। ਗਰੀਬ ਨਵਾਜ ਜੀ ਸਿੱਖਾਂ ਨੇ ਨਮਸਕਾਰਾਂ ਕੀਤੀਆਂ। ਸਤਿਗੁਰੂ ਜੀ ਚੌਂਕੜਾ ਛੱਡ ਕੇ ਉੱਠ ਪਏ ਆ। ਵਿਧੀ ਚੰਦ ਕੋ ਲੇਕਰ ਸੰਗ, ਮਹਾਰਾਜ ਫਿਰ ਘੋੜੇ ਤੇ ਸਵਾਰ ਹੋਏ। ਸੱਚੇ ਪਾਤਸ਼ਾਹ ਜੀ ਵਿਧੀ ਚੰਦ ਜੀ ਨੂੰ ਨਾਲ ਲੈ ਕਰਕੇ ਦੇਖੀ ਜਾਏ ਭੂਮਿਕਾ ਜੰਗ, ਯੁੱਧ ਵਾਲੀ ਭੂਮਿਕਾ ਮਹਾਰਾਜ ਨੇ ਫਿਰ ਵੇਖੀ ਜਾ ਕੇ। ਸੱਚੇ ਪਾਤਸ਼ਾਹ ਜੀ ਚੜ ਕੇ ਆਏ ਘੋੜੇ ਤੇ। ਹਜੂਰ ਵੇਖ ਰਹੇ ਆਪਣੇ ਨੇਤਰਾਂ ਨਾਲ ਕਿ ਸਾਡਾ ਕਿਹੜਾ ਕਿਹੜਾ ਸਿੱਖ ਸ਼ਹੀਦ ਹੋਇਆ ਏ। ਮਹਾਰਾਜ ਸੱਚੇ ਪਾਤਸ਼ਾਹ ਨੇ ਰਣ ਤੱਤੇ ਨੂੰ ਆਪ ਆ ਕੇ ਵੇਖਿਆ। ਹੁਣ ਸੂਰਜ ਚੜ ਆਇਆ ਹੈ, ਲੋ ਹੈ, ਚਾਰ ਚਫੇਰੇ ਦਿਸ ਰਿਹਾ ਏ। ਤੁਰਕ ਸਹਸਰ ਚਤੁਰਦਸ ਮਰੇ, ਸਾਧ ਸੰਗਤ ਜੀ 14,000 ਤੁਰਕਾਂ ਦੀ ਸੈਨਾ ਖਪਾ ਦਿੱਤੀ ਗੁਰੂ ਮਹਾਰਾਜ ਜੀ ਨੇ। ਤੇਗ ਦੀ ਧਾਰ ਲੰਘਾ ਦਿੱਤੇ 14,000 ਤੁਰਕ। ਇਹ ਕਹਿਣ ਨੂੰ ਸਾਧ ਸੰਗਤ ਜੀ ਸੌਖਾ ਏ, ਪਰ ਜਦੋਂ ਯੁੱਧ ਕਰਨ ਕੋਈ ਚੜ ਕੇ ਆਵੇ ਫਿਰ ਪਤਾ ਚੱਲਦਾ ਕਿ ਕੀ ਭਾਵ ਵਿਕਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਖਪਾ ਦਿੱਤੀ ਏ ਤੁਰਕਾਂ ਦੀ 14,000 ਸੈਨਾ। ਕੇਤਕ ਸਿੱਖ ਬੀਚ ਤਨ ਪਰੇ, ਕਿੰਨੇ ਕੁ ਸਿੱਖ ਵੀ ਉਹਨਾਂ ਤੁਰਕਾਂ ਦੀਆਂ ਲੋਥਾਂ ਵਿੱਚ ਸ਼ਹੀਦ ਹੋਏ ਪਏ ਆ। ਕਹਿ ਸਤਿਗੁਰੂ ਨੇ ਗਰਤ ਖਨਾਵਾ, ਸਤਿਗੁਰੂ ਜੀ ਨੇ ਕਹਿ ਕੇ ਕਿ ਵਿਧੀ ਚੰਦ ਜੀ ਟੋਆ ਪਟਵਾਓ ਵੱਡਾ ਸਾਰਾ। ਮਹਾਰਾਜ ਜੀ ਨੇ ਕਹਿ ਕੇ ਟੋਆ ਪਟਵਾਇਆ ਏ। ਅਬਦੁਲ ਖਾਨ ਉਠਾਏ ਪਵਾਵਾ, ਵੇਖੋ ਮਹਾਰਾਜ ਧੰਨ ਸਤਿਗੁਰੂ ਜੀ। ਸਾਧ ਸੰਗਤ ਜੀ ਦੁਸ਼ਮਣ ਦੀਆਂ ਮਾਫ ਕਰਨਾ ਸਮਾਂ ਨਹੀਂ ਆਗਿਆ ਦਿੰਦਾ। ਸੋ ਜਰਨਲ ਸਬੇਗ ਸਿੰਘ ਜੀ ਦੇ ਸਰੀਰ ਨੂੰ ਬਾਹਰ ਕੱਢ ਕੇ ਠੁੱਡੇ ਮਾਰੇ ਗਏ ਸੀ। ਬਹੁਤ ਜ਼ਿਆਦਾ ਥੁੱਕਿਆ ਤੱਕ ਗਿਆ ਸੀ। ਉਹਨਾਂ ਦੇ ਸਰੀਰ ਦੀ ਏਡੀ ਬੇਅਦਬੀ ਕੀਤੀ ਗਈ ਸੀਗੀ। ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸਾਨੂੰ ਜਾਚ ਸਿਖਾਈ ਹੈ। ਅਸੀਂ ਜਿਹੜਾ ਸਾਧ ਸੰਗਤ ਜੀ ਅਖਲਾਕ ਤੋਂ ਗਿਰਿਆ ਕੰਮ ਸਿੱਖ ਕਦੇ ਵੀ ਨਹੀਂ ਕਰਦਾ, ਭਾਵੇਂ ਜਿੱਤਿਆ ਵੀ ਹੋ। ਤੇ ਮਹਾਰਾਜ ਸਾਹਿਬ ਜੀ ਨੇ ਅਬਦੁਲ ਖਾਨ ਦਾ ਵੱਡਾ ਸੀ ਨਾ ਸੈਨਾਪਤੀ, ਹਜੂਰ ਨੇ ਕਿਹਾ ਇਹਦਾ ਸਰੀਰ ਚੁੱਕੋ। ਇਹਦਾ ਸੀਸ ਲੱਥਾ ਹੋਇਆ ਮਹਾਰਾਜ ਨੇ ਉਠਵਾਇਆ ਏ। ਕੋਨ ਤਿਸਕੇ ਸੁਤ ਖੋਜ ਉਠਾਏ, ਮਹਾਰਾਜ ਕਹਿੰਦੇ ਇਹਦੇ ਪੁੱਤਰ ਵੀ ਲੱਭੋ ਦੋਵੇਂ। ਉਹ ਵੀ ਸੈਨਾਪਤੀ ਸੀਗੇ, ਕਰੀਮ ਬਖਸ਼ ਤੇ ਨਬੀ ਬਖਸ਼। ਮਹਾਰਾਜ ਕਹਿੰਦੇ ਇਹਦੇ ਪੁੱਤਰ ਵੀ ਲੱਭੋ। ਹਜੂਰ ਨੇ ਉਹਨਾਂ ਦੇ ਵੀ ਸਰੀਰ ਉਠਵਾਏ ਆ। ਕਿਸੀ ਗਰਤ ਮਹਿਆਨ ਸੁਪਾਏ, ਮੁਸਲਮਾਨ ਦੱਬਦੇ ਆ ਨਾ, ਮਹਾਰਾਜ ਨੇ ਦਫਨਾਤ ਤੇ ਫਿਰ ਉੱਠੇ। ਸਤਿਗੁਰੂ ਜੀ ਨੇ ਉਸ ਟੋਵੇ ਵਿੱਚ ਪਵਾਏ ਆ ਉਹਨਾਂ ਦੇ ਸਰੀਰ। ਉਨ ਪੰਜ ਹੋ ਸਰਦਾਰ ਅਨਾਏ, ਫਿਰ ਮਹਾਰਾਜ ਨੇ 5 ਸੈਨਾਪਤੀ ਸੀਗੇ ਇਹਦੇ ਥਾਪੇ ਹੋਏ ਅਬਦੁਲ ਖਾਨ ਦੇ, ਉਹਨਾਂ ਦੇ ਵੀ ਹਜੂਰ ਨੇ ਸਰੀਰ ਉਠਵਾਏ ਆ। ਪਾਏ ਗਰਤ ਮਹਿ ਸਭ ਦਫਨਾਏ, ਗਰਤ ਟੋਏ ਵਿੱਚ ਪਾ ਕੇ ਮਹਾਰਾਜ ਨੇ ਸਭ ਨੂੰ ਦਫਨਾ ਦਿੱਤਾ। ਇਹ ਜਰਨੈਲਾਂ ਦੇ ਸਰੀਰਾਂ ਦਾ ਵੀ ਸਤਿਕਾਰ ਮਹਾਰਾਜ ਜੀ ਨੇ ਵੇਖੋ ਕੀਤਾ ਹੈ। ਇਥੋਂ ਪਤਾ ਲੱਗਦਾ ਹੈ ਕਿ ਸਿੱਖ ਕੌਮ ਕਿਹੋ ਜੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਹੁਣ ਇੱਥੇ ਥੜਾ ਬਣਾਉਂਦੇ, ਜਿੱਥੇ ਅੱਜ ਗੁਰਦੁਆਰਾ ਸਾਹਿਬ ਹੈ ਨਾ, ਇੱਥੇ ਹੀ ਮਹਾਰਾਜ ਥੜਾ ਬਣਾਉਂਦੇ ਆ ਸਤਿਗੁਰੂ ਜੀ। ਜਿਵੇਂ ਮਹਾਰਾਜ ਕੀਰਤਨ ਕਰਨਗੇ ਸੱਚੇ ਪਾਤਸ਼ਾਹ ਜੀ ਤੇ ਆਸਾ ਦੀ ਵਾਰ ਦਾ ਉੱਥੇ ਕੀਰਤਨ ਹੋਵੇਗਾ। ਉਹ ਕੱਲ ਨੂੰ ਅੱਗੇ ਕਥਾ ਆਵੇਗੀ, ਸਰਵਣ ਕਰਾਂਗੇ। ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਉਨ ਪੰਚ ਹੋ ਸਰਦਾਰ ਅਨਾਏ, ਪਾਏ ਗਰਤ ਮਹਿ ਸਭ ਦਫਨਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।